वाहिगुरू जी का खालसा वाहिगुरू जी की फतेह। तुसी देख रहे हो पंजाबी विरासती USA चैनल। मैं हाँ चरणजीत कौर UK तो। ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਲੰਡਨ ਹਾਈਡ ਪਾਰਕ ਵਿੱਚ 1984 ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਇੱਥੇ ਇੱਕ ਬਹੁਤ ਹੀ ਵੱਡਾ ਪ੍ਰੋਟੈਸਟ ਹੋ ਰਿਹਾ ਹੈ। ਸੋ ਤੁਸੀਂ ਇਸ ਸਮੇਂ ਲਾਈਵ ਲੰਡਨ ਤੋਂ ਦੇਖ ਰਹੇ ਹੋ। ਅਸੀਂ ਹੁਣ ਪਹੁੰਚੇ ਹਾਂ ਟ੍ਰੈਫਲਰ ਸਕੁਅਰ ਦੀ ਪਲੇਸ ਦੀ ਜਗ੍ਹਾ ਤੇ, ਜਿੱਥੇ ਇੱਥੇ ਲੈਕਚਰ ਵੀ ਹੋਣਗੇ। ਸਿੰਘਾਂ ਵੱਲੋਂ ਉੱਥੇ ਗੱਲਬਾਤ ਕੀਤੀ ਜਾਏਗੀ। ਸੋ ਅਸੀਂ ਦੱਸੇ ਜਾਈਏ ਇੱਥੇ ਕਿ 84 ਨੂੰ 35-36 ਸਾਲ ਹੋ ਚੁੱਕੇ ਨੇ, पर इंसाफ अज तक नहीं मिलिया। इंसाफ की लड़ाई जंग जारी है। जिन्नी देर तक सिखां दी इस धरती नूं जदों खून चाहिए, खून मिलता है, तो धरती भी प्यासी वो बुझ जाती प्यास। पर जिहड़ा काम 1984 विच होया सी सिखां दे नाल 1984 दे विच वो ना कदी भुल्लण योग है ते ना ही कदी भुल सकते हैं, क्योंकि उहदे विच बड़े ही बेगुनाह ਸਿੰਘ ਸਿੰਘਣੀਆਂ ਸ਼ਹੀਦ ਹੋ ਗਈਆਂ, ਜਿਸ ਦੇ ਵਿੱਚ ਕਈ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਕਈ ਸ਼ਹਿਰਾਂ ਦੇ ਵਿੱਚ ਪਿਛਲੇ 35 ਸਾਲਾਂ ਤੋਂ ਜੰਜਾਂ ਵੀ ਨਹੀਂ ਚੜੀਆਂ, ਵਿਆਹ ਵੀ ਨਹੀਂ ਹੋਏ ਨੇ। ਸੋ ਕਿਵੇਂ ਭੁੱਲੀਏ? ਕਈ ਮਾਤਾਵਾਂ ਵਿਧਵਾ ਹੋ ਗਈਆਂ, ਕਈ ਬਿਨ ਵਿਆਹੀਆਂ ਮਾਵਾਂ ਬਣ ਗਈਆਂ। उन्होंने तो इंसाफ चाहिए ना। इंसाफ की दुहाई पा के पिछले 38 साल तो लगातार इंग्लैंड की धरती ते लंडन दे विच इंज दा प्रोटेस्ट हुंदा ते हुंदा जाएगा। जिन्नी देर तक आवाज़ नहीं पहुंचती, अपना राज नहीं हुंदा, उन्नी देर तक है प्रोटेस्ट जारी रहेगा, हुंदा रहेगा। ਅਸੀਂ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਇੰਗਲੈਂਡ ਦੀਆਂ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਹੜੀਆਂ ਇਸ ਕੰਮ ਦੇ ਵਿੱਚ ਬੜੀ ਸ਼ਿੱਦਤ ਦੇ ਨਾਲ ਸੇਵਾ ਕਰ ਰਹੀਆਂ ਨੇ। ਧੰਨਵਾਦ ਜੀ। ਦੇਖਦੇ ਰਹੋ ਪੰਜਾਬੀ ਵਿਰਾਸਤ ਚਰਨਜੀਤ ਕੌਰ ਜੀ ਦੇ ਨਾਲ। Sorry dear. No worries. Maybe we need... Probably my fault for standing there. We need 2 eyes. I know. Eyes in the back of your head. I know. आप जी देख सकते हो किवें सिंह इकट्ठे हुए ने खालिस्तान के नारियां नाल, ढोल के नगारियां दे नाल, ढोल के नगारियां की गूंज के नाल सरकारां दे कंन फाड़ रहे ने कि सानू अज तक कोई इंसाफ नहीं मिलिया, सानू इंसाफ चाहिए है।
ਅੱਜ ਬਹੁਤਾਤ ਦੇ ਵਿੱਚ ਨੀਲੀਆਂ ਤੇ ਪੀਲੀਆਂ ਝੰਡਿਆਂ ਦੇ ਨਾਲ ਨਿਸ਼ਾਨ ਸਾਹਿਬ ਦੇ ਨਾਲ ਹਾਜ਼ਰ ਹੋਏ ਨੇ ਆਪਣੇ ਹੱਕ ਤੇ ਸੱਚ ਦੇ ਲਈ। ਲੜਾਈ ਜਾਰੀ ਹੈ, ਜੰਗ ਜਾਰੀ ਹੈ ਕਿਹਾ ਜਾਂਦਾ ਹੈ। ਇੱਕ ਰਾਜ ਮਹਾਰਾਜਾ ਰਣਜੀਤ ਦਾ ਸੀ ਜਿੱਥੇ ਕਦੀ ਵੀ ਕਿਸੇ ਨੂੰ ਕੋਈ ਤਸ਼ੱਦਦ ਨਹੀਂ ਸੀ ਦਿੰਦਾ, ਕਿਸੇ ਨਾਲ ਕੋਈ ਵੈਰ ਨਹੀਂ ਸੀ ਕਮਾਉਂਦਾ। ਉਸਦੇ ਰਾਜ ਵਿੱਚ ਸਾਰੇ ਸੁਖੀ ਸਨ, ਕਦੀ ਕੋਈ ਪਾਪ ਚੋਰੀ ਨਹੀਂ ਹੋਈ। ਇੱਕ ਰਾਜ ਅੱਜ ਦੇ ਜਿਹੜੇ ਲੋਕ ਨੇ ਉਹਨਾਂ ਦਾ ਰਾਜ ਹੈ। ਉਸ ਰਾਜ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਨੇ। ਕੌਮਾਂ ਸੜਕਾਂ ਤੇ ਉਤਰ ਕੇ ਆਪਣੇ ਹੱਕਾਂ ਦੀ ਮੰਗ ਕਰਦੀਆਂ ਨੇ। ਦੂਰ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਕੈਮਰੇ ਦੇ ਥਰੂ, ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਭਾਰੀ ਇਕੱਠ, ਭਾਰੀ ਹਜੂਮ ਤੇ ਨਾਲ ਮਨ ਵਿੱਚ ਰੋਸ ਤੇ ਚੜ੍ਹਦੀ ਕਲਾ ਦਾ ਪ੍ਰਤੀਤ। ਇਹ ਦੱਸ ਰਿਹਾ ਨੇ ਕਿ ਸਿੱਖ ਜਿੱਥੇ ਵੀ ਰਹੇਗਾ ਦੁਨੀਆ ਦੇ ਵਿੱਚ ਆਪਣੇ ਹੱਕ ਦੀ ਆਵਾਜ਼ ਜ਼ਰੂਰ ਉਠਾਵੇਗਾ, ਆਪਣੇ ਹੱਕਾਂ ਦੇ ਲਈ ਜ਼ਰੂਰ ਲੜੇਗਾ। ਹਾਂਜੀ ਵਾਹਿਗੁਰੂ ਜੀ, ਆਪ ਜੀ ਦਾ ਸ਼ੁਭ ਨਾਮ? ਹਰਦੀਪ ਸਿੰਘ। ਮੇਰੇ ਨਾਲ ਇੱਕ ਇੰਟਰਵਿਊ ਕਰ ਦਿਓ। ठीक है जो मैं वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी फतेह जी। इस समय आप जी जुड़ चुके हो पंजाबी विरासत यूएसए चैनल के नाल। अज दे इस वृतांत इस इकट्ठ के बारे आप जी दसना करो जी। ये जो 38 साल पहला बड़ी घिनौनी हरकत की थी हिंदुस्तान की सरकार ने दरबार साहब ते अकाल तख्त साहब ते अटैक करके और कोई 37 गुरु घरों के अटैक किया सीगा, ਜਿਹਨੂੰ ਸਿੱਖ ਕਦੀ ਵੀ ਨਹੀਂ ਜ਼ਿੰਦਗੀ ਭੁੱਲ ਸਕਦੇ, ਜਿੰਨੇ ਤੱਕ ਦੁਨੀਆ ਰਹਿੰਦੀ ਆ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ। ਔਰ ਉਹਦੀ ਯਾਦ ਦੇ ਵਿੱਚ ਜੋ ਸੂਰਬੀਰ ਯੋਧਿਆਂ ਨੇ ਅਕਾਲ ਤਖ਼ਤ ਸਾਹਿਬ ਦੇ 200-250 ਸਿੱਖ ਸੀ ਜਿਨ੍ਹਾਂ ਨੇ ਉਹ ਦੁਸ਼ਟ ਸਰਕਾਰ ਦੇ ਫੌਜ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਉੱਥੋਂ ਮਤਲਬ ਮੂੰਹ ਤੋੜਵਾ ਜਵਾਬ ਦਿੱਤਾ ਸੀ। ਪਰ ਬਹੁਤੀਆਂ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਨ ਮਨਾਉਣ ਗਈਆਂ ਸੀ, ਜਿਨ੍ਹਾਂ ਨੂੰ ਨਿਹੱਕਾਂ ਸੰਗਤਾਂ ਨੂੰ ਉਹਨਾਂ ਨੇ ਬੱਚਿਆਂ ਬੀਬੀਆਂ ਤੇ ਬਜ਼ੁਰਗਾਂ ਨੂੰ ਉੱਥੇ ਸ਼ਹੀਦ ਕਰਕੇ ਬੜਾ ਪਾਪ ਵੱਡਾ ਪਾਪ ਕੀਤਾ ਸੀ। ਉਸ ਜੋ ਕੀਤਾ ਹੈ ਪਾਪ ਆ ਉਹਦੀ ਯਾਦ ਵਿੱਚ ਉਹ ਤਾਂ ਕਿ ਉਹ ਯਾਦ ਰਹੇ ਇਸੇ ਤਰ੍ਹਾਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਕਿਤੇ ਭੁੱਲ ਨਾ ਜਾਣ। ਉਹ ਜਿੰਦਾ ਜ਼ਮੀਰ ਚੌਕਾਂ ਹੁੰਦੀਆਂ ਜਿਹੜੀਆਂ ਆਪਣੀਆਂ ਇਹਨਾਂ ਇਹੋ ਜਿਹੀ ਗੱਲ ਨੂੰ ਭੁੱਲਦੀਆਂ ਨਹੀਂ ਗਿਆ। ਤੂੰ ਉਹਦੀ ਯਾਦ ਵਿੱਚ ਹੀ ਜਿਹਦਾ ਹਰ ਸਾਲ ਆਪਾਂ ਇੱਥੇ ਇੱਕ ਮੁਜ਼ਾਹਰਾ ਰੱਖਦੇ ਹਾਂ ਲੰਡਨ ਦੇ ਵਿੱਚ, ਜਿਹਦੇ ਵਿੱਚ ਤਕਰੀਬਨ ਬਹੁਤ ਅੱਜ ਸੰਗਤਾਂ ਦਾ ਭਰਮਾ ਇਕੱਠ ਆ। ਅਸੀਂ ਸਮੁੱਚੀਆਂ ਸੰਗਤਾਂ ਦਾ ਸੁਖੀਆਂ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤਾਂ ਦੇ ਇੱਥੇ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਆ। ਅਖੀਰ ਵਿੱਚ ਮੈਂ ਆਪਣੀ ਆਪ ਜੀ ਟੈਲੀ ਦਾ ਧੰਨਵਾਦ ਕਰਦਾ ਤੁਸੀਂ ਜੋ ਕਵਰੇਜ ਦੇ ਰਹੇ ਹੋ। ਮੇਰਾ ਇੱਕ ਆਪ ਜੀ ਪਾਸ ਸਵਾਲ ਹੈ ਕਿ 84 ਵਿੱਚ ਹਮਲਾ ਹੋਇਆ ਸੀ, 35 ਸਾਲ ਹੋ ਗਏ ਨੇ, ਇਨਸਾਫ ਨਾ ਮਿਲਣ ਦੀ ਖਾਸ ਕੋਈ ਵਜ੍ਹਾ ਕੀ ਹੈ? ਕੀ ਅਣਗਹਿਲੀ ਹੈ ਸਾਡੇ ਆਗੂਆਂ ਦੀ ਜਾਂ ਕਿ ਇਹਦੇ ਵਿੱਚ ਕਿਹੜੀ ਕਮੀ ਹੈ ਕਿ ਉਹ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਸੀ ਉਹ ਰਾਜ ਵਾਪਸ ਅਸੀਂ ਹਾਸਲ ਕਰ ਸਕੇ? ਦੇਖੋ ਜੋ ਗੁਲਾਮ ਕੌਮਾਂ ਹੁੰਦੀਆਂ ਨਾ ਉਹਨਾਂ ਨੂੰ ਇਨਸਾਫ ਦੀ ਆਪਾਂ ਵਿੱਚ ਭਾਲ ਕਰੀ ਜਾਈਏ, ਜਿਹਦੇ 'ਚ ਆਸ ਹੀ ਰੱਖੀ ਜਾ ਸਕਦੀ ਕਿਸੇ ਹਾਲਤ ਵਿੱਚ ਵੀ। ਉੱਥੇ ਇਨਸਾਫ ਘੱਟ ਗਿਣਤੀਆਂ ਨੂੰ ਨਾ ਮਿਲਿਆ ਤੇ ਨਾ ਮਿਲ ਸਕਦਾ ਆ। ਆਪਾਂ ਨੂੰ ਆਪਣੇ ਰਾਜ ਭਾਗ ਵਾਸਤੇ ਖਾਲਸਾ ਵਾਸਤੇ ਸਿੱਖ ਰਾਜ ਵਾਸਤੇ ਕੰਮ ਕਰਨਾ ਚਾਹੀਦਾ। ਜਿੰਜ ਸਿੱਖ ਰਾਜ ਖਾਲਿਸਤਾਨ ਆਪਣਾ ਆਜ਼ਾਦ ਘਰ ਨਹੀਂ ਹੁੰਦਾ, ਆਪਾਂ ਨੂੰ ਇਸੇ ਤਰ੍ਹਾਂ ਮਾਰ ਪੈਂਦੀ ਰਹਿਣੀ ਆ। ਅਖੀਰ ਵਿੱਚ ਸਾਰੀ ਕੌਮ ਅਵੇਅਰ ਹੋ ਗਈ ਆ, ਜਾਗ ਚੁੱਕੀ ਆ। ਹੁਣ ਸਾਰੇ ਮਤਲਬ ਵਰਡ ਦੇ ਵਿੱਚ ਹੀ ਐਲੇ ਕੌਮ ਨੂੰ ਇਹ ਗੱਲ ਦੀ ਮਤਲਬ ਸੂਝੀ ਆ ਗਈ ਆ ਕਿ ਸਿੱਖਾਂ ਨੂੰ ਆਪਣਾ ਰਾਜ ਭਾਗ ਚਾਹੀਦਾ ਆ, ਤੇ ਉਹਦੇ ਲਈ ਆਪਾਂ ਸਾਰੇ ਕੰਮ ਕਰ ਰਹੇ ਹਾਂ।
ਉਹਦੇ 'ਚ ਕਿਹੜੇ ਕੰਮ ਕਰ ਰਹੇ ਹੋ? ਕਿਉਂਕਿ ਹੁਣੇ ਜਿੱਦਾਂ ਆਪਾਂ ਦੇਖਦੇ ਹਾਂ ਕਿ 4 ਮਹੀਨੇ ਦੇ ਅੰਦਰ ਅੰਦਰ ਸਿੱਖ ਕੌਮ ਦੇ ਵਿੱਚ 2 ਜਵਾਨ ਮੌਤਾਂ ਹੋ ਗਈਆਂ। ਦੀਪ ਸਿੱਧੂ ਦੀ ਮੌਤ ਅਚਨਚੇਤ ਕਿਉਂ ਹੋਈ ਹੈ, ਕੀ ਕਾਰਨ ਸਨ? ਫਿਰ ਹੁਣ ਸਿੱਧੂ ਮੂਸੇਵਾਲੇ ਦੀ ਮੌਤ। ਦੇਖੋ ਜਿਹੜਾ ਦੀਪ ਸਿੱਧੂ ਦੀ ਮੌਤ ਆ ਉਹਦੇ ਤੋਂ ਸਰਕਾਰ ਬੜੀ ਬੁਖਲਾਈ ਸੀਗੀ, ਕਿਉਂਕਿ ਪੜ੍ਹਿਆ ਲਿਖਿਆ ਤੇ ਮਤਲਬ ਇੱਕ ਵਕੀਲ ਜਿਹੜਾ ਸੀਗਾ ਔਰ ਬੜੇ ਰੱਜੇ ਪੁੱਜੇ ਘਰ ਚੋਂ ਤੇ ਸੋਹਣਾ ਆਪਣਾ ਕਾਰੋਬਾਰ ਛੱਡ ਕੇ ਇੱਥੇ ਆਇਆ ਸੀਗਾ। ਮਹਾਰਾਜ ਕੋਈ ਬਖਸ਼ਿਸ਼ ਕੀਤੀ ਸੀ ਉੱਤੇ, ਔਰ ਉਹਨੇ ਆਪਣੇ ਸਮੇਂ ਦੇ ਵਿੱਚ ਜਿਹੜੀ ਨੌਜਵਾਨਾਂ ਦੇ ਤਾਕਤ ਪਹੁੰਚਾਉਣ ਵਾਲੀ ਸੀ ਬਹੁਤ ਵਧੀਆ ਢੰਗ ਨਾਲ ਪਹੁੰਚਾਈ ਸੀਗੀ। ਇਹ ਕਰ ਸਰਕਾਰਾਂ ਨੂੰ ਉਹ ਜਿਹੇ ਲੋਕ ਚੁੱਭਦੇ ਹੁੰਦੇ ਆ ਜਿਨ੍ਹਾਂ ਤੋਂ ਉਹਨੂੰ ਖਤਰਾ ਹੋਵੇ, ਔਰ ਉਹਨਾਂ ਕੁਝ ਹੀ ਹੱਦ ਤੱਕ ਵਰਤੇ ਕੁਦਰਤੀ ਗੱਲ ਹੈ ਉਹ ਸਿੰਘ ਨੂੰ ਉਹਨਾਂ ਜੋ ਕੁਛ ਕੀਤਾ ਆ ਆਪਾਂ ਨੂੰ ਪਤਾ ਕੋਈ ਐਕਸੀਡੈਂਟ ਹੈ ਨਹੀਂ ਸੀਗਾ, ਉਹਨੂੰ ਮਾਰਿਆ ਗਿਆ ਆ। ਉਹ ਇਸ ਕਰਕੇ ਆਪਾਂ ਨੂੰ ਵੇਖ ਲੈਣਾ ਚਾਹੀਦਾ ਜੋ ਆਪਾਂ ਰਾਜ ਭਾਗ ਲੈਣਾ ਇਹਦੇ ਵਿੱਚ ਨੁਕਸਾਨ ਤਾਂ ਹੁੰਦਾ ਹੀ ਆ। ਅੱਗੇ ਕੌਮਾਂ ਦਾ ਥੋੜ੍ਹਾ ਤੋਂ ਆਪਾਂ ਦੇਖਦੇ ਆ ਰਹੇ ਆ ਜਿਹਨਾਂ ਰਾਜ ਭਾਗ ਦੀ ਗੱਲ ਕਰਨੀ ਉਹਨਾਂ ਨੂੰ ਚੁੱਭਦੇ ਆ। ਇਸ ਕਰਕੇ ਕੋਈ ਘਬਰਾਉਣ ਦੀ ਵਾਲੀ ਨਹੀਂ ਗੱਲ ਕੀ ਧਰ ਪਾਸ਼ਾ ਦਾ ਪੰਥ ਆ ਇਹ। ਸਾਹਿਬਜ਼ਾਦਾ ਜ਼ੋਰਾਵਰ ਸਾਹਿਬਜ਼ਾਦਾ ਫਤਿਹ ਸਿੰਘ ਨੇ ਆਪਣਾ ਸੀਸ ਨੀਹਾਂ ਵਿੱਚ ਲਾ ਕੇ ਵੀ ਨੀਂਹ ਪੱਥਰ ਰੱਖਿਆ ਆ ਇਹ ਕੌਮ ਦੇ ਮਾਹੌਲ ਦਾ। ਇਸ ਕਰਕੇ ਮਹਾਰਾਜ ਕਿਰਪਾ ਕਰਕੇ ਮਹਾਰਾਜ ਜੀ ਸਾਡਾ ਰਾਜ ਬਣ ਕੇ ਜਲਦੀ ਆਊਗਾ। ਆਪਾਂ ਨੂੰ ਉੱਥੇ ਆਸ ਰੱਖਣੀ ਚਾਹੀਦੀ ਹੈ ਤੇ ਉੱਥੇ ਡਟ ਕੇ ਕੰਮ ਕਰਨਾ ਚਾਹੀਦਾ। ਓਕੇ ਜੀ ਵਾਰੀ ਜਿਵੇਂ ਆਪ ਜੀ ਨੇ ਗੱਲ ਹੋ ਰਹੀ, ਜਿਵੇਂ ਆਪ ਜੀ ਨੇ ਗੱਲ ਕੀਤੀ ਕਿ ਸਿੱਧੂ ਮੂਸੇਵਾਲਾ ਪੜ੍ਹਿਆ ਲਿਖਿਆ ਸੀਗਾ ਜਾਂ ਦੀਪ ਸਿੱਧੂ ਪੜ੍ਹਿਆ ਲਿਖਿਆ ਸੀਗਾ, ਕਿ ਅੱਜ ਦੀ ਜਿਹੜੀ ਸਾਡੀ ਸਿੱਖ ਨੌਜਵਾਨ ਪੀੜ੍ਹੀ ਹੈ ਉਹ ਪੜ੍ਹਨ ਲਿਖਣ ਦੇ ਵੱਲ ਨਾ ਜਾਵੇ। ਜੇ ਇਸ ਤਰ੍ਹਾਂ ਰਿਹਾ ਤਾਂ ਫਿਰ ਰਾਜ ਕਦੋਂ ਕਾਇਮ ਹੋਏਗਾ, ਕਦੋਂ ਆਪਾਂ ਲਵਾਂਗੇ ਰਾਜ? ਦੇਖੋ ਕਦੀ ਨਾ ਨਿਰਾਸ਼ਤਾ ਨਹੀਂ ਲਿਆਉਣੀ ਚਾਹੀਦੀ, ਚੜ੍ਹਦੀ ਕਲਾ ਰਹਿਣਾ ਚਾਹੀਦਾ। ਨਹੀਂ ਉਹ ਤਾਂ ਹੈਗੀ ਸਿੱਖਾਂ ਦੇ ਅੰਦਰ ਚੜ੍ਹਦੀ ਕਲਾ। ਆਪਾਂ ਨੂੰ ਨਾ ਪਰ ਜਿਹੜੇ ਐਜੂਕੇਟਡ ਜਦੋਂ ਐਜੂਕੇਟਡ ਹੀ ਸਾਹਮਣੇ ਵੀ ਆਣਗੇ ਜਿਹੜਾ ਅੱਗੇ ਵਧੇਗਾ ਉਹਦਾ ਸਿਰ ਕਲਮ ਕੀਤਾ ਜਾਵੇਗਾ। ਹੁਣ ਆਪਾਂ ਵੇਖ ਰਹੇ ਨਾ ਆ ਬਾਹਰਲੇ ਮੁਲਕ ਦੇ ਵਿੱਚ ਜਿੰਨੇ ਪੜ੍ਹੇ ਲਿਖੇ ਬੱਚੇ ਆ ਉਹ ਬਾਖੂਬੀ ਉਸ ਸੰਘਰਸ਼ ਨੂੰ ਸਮਝ ਕੇ ਤੈਨੂੰ ਬੜਾ ਢੰਗ ਦੇ ਨਾਲ ਅੱਗੇ ਨੂੰ ਆਪਣੇ ਕਦਮ ਪੱਟ ਰਹੇ। ਅਸੀਂ ਬਹੁਤ ਪ੍ਰਸੰਨ ਆ ਜਿਹੜੀ ਗੱਲ ਅਸੀਂ ਅੱਜ ਤੋਂ 35 36 38 ਸਾਲ ਪਹਿਲਾਂ ਲੈ ਕੇ ਤੁਰੇ ਸੀਗੇ। ਸਾਨੂੰ ਉਹਦੀ ਖੁਸ਼ੀ ਆ ਵੀ ਮਹਾਰਾਜ ਕਿਰਪਾ ਕੀਤੀ ਉਹ ਨੌਜਵਾਨ ਨੇ ਸਾਂਭ ਲਈ ਗੱਲ ਆ ਉਹ ਅੰਡਰਸਟੈਂਡ ਕਰਦੇ ਬੱਚੇ ਵੀ ਸਾਨੂੰ ਆਪਣਾ ਰਾਜ ਭਾਗ ਚਾਹੀਦਾ ਜਿਹਦੇ ਲਈ ਉਹ ਆਪੋ ਆਪਣੇ ਤਰੀਕੇ ਨਾਲ ਬਹੁਤ ਵਧੀਆ ਕੰਮ ਕਰ ਰਹੇ ਆ। ਔਰ ਸਾਨੂੰ ਇਹ ਗੱਲ ਦੀ ਬੜੀ ਆਸਾ ਆ ਮਹਾਰਾਜ ਕਿਰਪਾ ਕਰਨਗੇ ਜਲਦੀ ਸਿੱਖਾਂ ਨੂੰ ਆਪਣਾ ਰਾਜ ਭਾਗ ਮਿਲੂਗਾ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਹਰਦੀਪ ਸਿੰਘ ਜੀ ਦਾ। ਆਪ ਜੀ ਕਿਹੜੀ ਜਥੇਬੰਦੀ ਨਾਲ? ਸਿੱਖ ਫੈਡਰੇਸ਼ਨ ਯੂਕੇ। ਭਾਈ ਹਰਦੀਪ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੇ ਬੜੇ ਹੀ ਸੁੰਦਰ ਵਿਚਾਰ ਆਪ ਦੇ ਅੱਗੇ ਰੱਖੇ। ਧੰਨਵਾਦ ਜੀ। ਸੋ ਹਰ ਸਾਲ ਦੀ ਤਰ੍ਹਾਂ ਇੱਥੇ ਇਕੱਠ ਹੁੰਦਾ ਹੈ 84 ਦੇ ਸਿੱਖਾਂ ਦੀ ਯਾਦ ਦੇ ਵਿੱਚ। ਇੱਥੇ ਬਹੁਤ ਭਾਰੀ ਇਕੱਠ ਹੋ ਕੇ ਆਪਣੀ ਆਵਾਜ਼ ਉਹਨਾਂ ਸਰਕਾਰਾਂ ਦੇ ਕੰਨਾਂ ਤੱਕ ਪਾਈ ਜਾਂਦੀ ਹੈ। ਜਿਵੇਂ ਦੱਸੇ ਜਾਈਏ ਘੱਟ ਗਿਣਤੀ ਹੋਣ ਕਰਕੇ ਬੜਾ ਕੁਝ ਸੰਸਾਰ ਤੇ ਵਾਪਰਦਾ ਹੈ। ਜਿਸ ਤਰ੍ਹਾਂ ਆਪ ਜੀ ਨੇ ਦੇਖਿਆ ਕੱਲ ਅਫਗਾਨਿਸਤਾਨ ਦੇ ਵਿੱਚ ਕਰਤੇ ਪ੍ਰਵਾਨ ਗੁਰਦੁਆਰਾ ਸਿੰਘ ਸਭਾ ਦੇ ਉੱਪਰ ਬੜਾ ਹੀ ਮੰਦਭਾਗੀ ਘਟਨਾ ਵਾਪਰੀ। ਆਤੰਕਵਾਦੀਆਂ ਵੱਲੋਂ ਹਮਲਾਵਰਾਂ ਵੱਲੋਂ ਉੱਥੇ ਅਟੈਕ ਕੀਤਾ ਗਿਆ। ਆਲੀਸ਼ਾਨ ਗੁਰਦੁਆਰੇ ਨੂੰ ਬਿਲਕੁਲ ਇੱਕ ਖੰਡਰ ਬਣਾ ਦਿੱਤਾ ਗਿਆ ਕਿਉਂਕਿ ਮਾਈਨੋਰਿਟੀ ਹੈ। ਇੱਕੋ ਹੀ ਗੁਰਦੁਆਰਾ ਰਹਿ ਗਿਆ ਸੀਗਾ। ਕਹਿੰਦੇ ਨੇ 9 ਗੁਰਦੁਆਰੇ ਸਨ ਕਾਬਲ ਦੇ ਵਿੱਚ, 9 ਗੁਰਦੁਆਰਿਆਂ ਚੋਂ 8 ਬੰਦ ਹੋ ਚੁੱਕੇ ਨੇ। 2 ਸਾਲ ਪਹਿਲਾਂ ਗੁਰੂ ਹਰਿ ਸਾਹਿਬ ਗੁਰਦੁਆਰੇ ਤੇ ਅਟੈਕ ਹੋਇਆ ਤੇ ਹੁਣ 2 ਸਾਲ ਬਾਅਦ ਗੁਰਦੁਆਰਾ ਸਿੰਘ ਸਭਾ ਤੇ ਅਟੈਕ ਹੋ ਗਿਆ। ਘੱਟ ਗਿਣਤੀ ਹੋਣ ਕਰਕੇ ਹੈ ਨਾ। ਸੋ ਸਾਧ ਸੰਗਤ ਜੀ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਸਾਨੂੰ ਉੱਠਣ ਕਿਉਂ ਨਹੀਂ ਦਿੱਤਾ ਜਾ ਰਿਹਾ, ਸਾਨੂੰ ਜੀਣ ਕਿਉਂ ਨਹੀਂ ਦਿੱਤਾ ਜਾ ਰਿਹਾ। ਸਿੱਖ ਵੀ ਜਿਉਣਾ ਚਾਹੁੰਦੇ ਨੇ, ਸਿੱਖ ਵੀ ਸੰਸਾਰ ਦੇ ਵਿੱਚ ਫੈਲਣਾ ਚਾਹੁੰਦੇ ਨੇ। ਧੰਨਵਾਦ ਜੀਓ। ਜਿੱਥੇ ਦੇਖਦੇ ਹਾਂ ਅਸੀਂ ਵੱਡੇ ਬਜ਼ੁਰਗ ਬੀਬੀਆਂ ਮਾਤਾਵਾਂ ਭੈਣਾਂ ਇਸ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਏ ਹਨ। ਉੱਥੇ ਦੱਸੇ ਜਾਈਏ ਸਾਡੇ ਕੋਲ ਬੱਚੇ ਵੀ ਹਾਜ਼ਰ ਹੋਏ ਹਨ, ਨਿੱਕੇ ਨਿੱਕੇ ਬੱਚੇ। ਆਪ ਜੀ ਇਹਨਾਂ ਦੇ ਦਰਸ਼ਨ ਕਰ ਸਕਦੇ ਹੋ। ਇਹ ਵੀ ਆਪਣੀ ਆਵਾਜ਼ ਉਹਨਾਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣੀਆਂ ਚਾਹੁੰਦੀਆਂ ਨੇ
ਦਸਤਾਰੇ ਪੀਲੇ ਸਜੇ ਹੋਏ ਨੇ। ਪੀਲੇ ਦਸਤਾਰੇ ਸੱਜ ਕੇ ਇਹਨਾਂ ਨੇ ਇੱਥੇ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ, ਸਰਕਾਰਾਂ ਨੂੰ ਦੱਸਣ ਵਾਸਤੇ ਕਿ ਸਾਨੂੰ ਵੀ ਸਾਡਾ ਹੱਕ ਚਾਹੀਦਾ ਹੈ। ਅਸੀਂ ਹਾਂ ਪੰਜਾਬ ਦੇ ਪੁੱਤਰ, ਪੰਜਾਬ ਸਾਡਾ ਹੈ, ਸਾਨੂੰ ਆਪਣਾ ਹੱਕ ਚਾਹੀਦਾ ਹੈਗਾ। छोटे छोटे बच्चे भी इस प्रोटेस्ट ਵਿੱਚ ਹਾਜ਼ਰ ਹੋਏ ਨੇ। ਭਾਵੇਂ ਵੀ ਕੁਛ ਚਿਰ ਦੇ ਵਿੱਚ ਸੁੱਤੇ ਹੋਏ ਨੇ, ਪਰ ਇਹਨਾਂ ਦਾ ਮਨਸੂਬਾ ਇੱਕੋ ਹੀ ਹੈ ਕਿ ਸਾਨੂੰ ਸਾਡਾ ਹੱਕ ਚਾਹੀਦਾ ਹੈ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ ਸਿੰਘ ਸਾਹਿਬ ਜੀ, ਲੱਗਦਾ ਹੈ ਸੰਗਤਾਂ ਦੇ ਅੰਦਰ ਜਖਦੀਆਂ ਨੇ, ਬੋਲਣ ਤੋਂ ਜਖਦੀਆਂ ਨੇ, ਅੱਗੇ ਆ ਨਹੀਂ ਰਹੀਆਂ ਨੇ ਸੰਗਤਾਂ। ਸੋ ਕਾਫੀ ਸੰਗਤਾਂ ਪੂਰੇ ਇੰਗਲੈਂਡ ਭਰ ਦੇ ਵਿੱਚੋਂ ਸੰਗਤਾਂ ਅੱਜ ਇੱਥੇ ਹਾਜ਼ਰ ਹੋਈਆਂ ਨੇ। ਆਪ ਜਿਹਨਾਂ ਦੇ ਦਰਸ਼ਨ ਕਰ ਸਕਦੇ ਹੋ। ਹਰ ਇੱਕ ਦੇ ਹੱਥ ਵਿੱਚ ਨੀਲੇ ਤੇ ਪੀਲੀਆਂ ਝੰਡੀਆਂ ਲੈ ਕੇ ਇਹ ਪੁੱਜੇ ਨੇ ਪ੍ਰੋਟੈਸਟ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ। ਜੋ ਇਨਸਾਫ ਪਿਛਲੇ 35 ਸਾਲਾਂ ਤੋਂ ਨਹੀਂ ਮਿਲਿਆ, ਅੱਜ ਉਹ ਇੱਥੇ ਆਵਾਜ਼ ਆਪਣੀ ਬੁਲੰਦ ਕਰਕੇ ਸਰਕਾਰਾਂ ਨੂੰ ਦੱਸਣਾ ਚਾਹੁੰਦੀਆਂ ਨੇ ਕਿ ਅਸੀਂ ਹਾਲੇ ਜਿਉਂਦੇ ਹਾਂ ਤੇ ਸਾਨੂੰ ਕੋਈ ਮਾਰ ਨਹੀਂ ਸਕਦਾ। ਮੀਰ ਮੰਨੂ ਦੀ ਜੇਲ੍ਹ ਵਿੱਚ ਹੀ ਤਾਂ ਹੋਇਆ ਸੀ, ਪਰ ਕੀ ਸਿੱਖ ਖਤਮ ਹੋ ਗਏ? ਨਹੀਂ, ਦੂਣੇ ਤੇ ਚੂਣੇ ਹੋ ਗਏ। ਇਹ ਕੌਮ ਚੜ੍ਹਦੀ ਕਲਾ ਵਾਲੀ ਹੈਗੀ ਹੈ ਤੇ ਜਿਹੜੀ ਚੜ੍ਹਦੀ ਕਲਾ ਵਾਲੀ ਕੌਮ ਉਹ ਕਦੇ ਖਤਮ ਨਹੀਂ ਹੁੰਦੀ ਹੈ। Still no justice! Still no justice! What do we want? 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 Justice! Indian government! Murderers! Indian government! Murderers! Indian government! Murderers! Indian government! Murderers! What do we want? Justice! What do we want? Justice! What do we want? Justice! What do we want? ਹਰ ਪਾਸੇ ਜਸਟਿਸ ਦੇ ਨਾਰੇ ਲੱਗ ਰਹੇ ਨੇ। ਇੱਥੋਂ ਦਾ ਬੱਚਾ ਭਾਵੇਂ ਇੰਗਲੈਂਡ ਦਾ ਜਨਮ ਕਰ ਲੈ, ਉਹਨਾਂ ਨੇ ਇਹੀ ਗੱਲ ਲਾ ਰਹੀ ਹੈ। ਉਹਨਾਂ ਨੇ ਇਹੀ ਨਾਰੇ ਲਗਾ ਕੇ ਸਾਨੂੰ ਆਪਣਾ ਹੱਕ ਚਾਹੀਦਾ ਹੈ। लेके रहेंगे, लेके रहेंगे, लेके रहेंगे। देना पड़ेगा, देना पड़ेगा। कल तक तो आईवान, कल तक तो आईवान। संत पंडरा वाले दी सोच ते लेके रहेंगे देखते पंथ की पंथ की जीत बात करेगा खालसा बात करेगा खालसा सो आप जी देख सकते हो इत्थे कि संगतां दा काफ़ी हजूम, काफ़ी जोरों शोरों दे नाल अपने हकों की मंग कर रहे हैं कि जो इंसाफ सानू मिलिया नहीं है, अज वो इंसाफ सानू चाहिए। यह आवाज़ पिछले
ਇਹ ਆਵਾਜ਼ ਪਿਛਲੇ ਕਈ ਸਾਲਾਂ ਤੋਂ ਇੱਥੇ ਜੂਮ ਰਹੀ ਹੈ ਇਸ ਇੰਗਲੈਂਡ ਦੀਆਂ ਸੜਕਾਂ ਤੇ। ਕਹਿੰਦੇ ਨੇ ਆਪਾਂ ਨਗਰ ਕੀਰਤਨ ਜਾਂ ਪਿਕਨਿਕ ਕਰਨ ਇੱਥੇ ਨਹੀਂ ਪਹੁੰਚੇ, ਆਪਾਂ ਕੀ ਕਰਨਾ ਆ, ਆਪਣੇ ਹੱਕਾਂ ਦੀ ਆਵਾਜ਼ ਲੈਣਾ ਆ, ਆਪਣੇ ਹੱਕ ਇੰਗਲੈਂਡ ਦੀ ਸਰਕਾਰ ਅਤੇ ਇੰਡੀਅਨ ਦੀ ਸਰਕਾਰ ਦੇ ਕੋਲ ਆਵਾਜ਼ ਪਹੁੰਚਾਉਣ ਆਇਆ ਤੇ ਸਾਨੂੰ ਸਾਡੇ ਹੱਕ ਚਾਹੀਦੇ ਨੇ। ਅਸੀਂ ਰੁਲ ਰਹੇ ਹਾਂ, ਆਪਣਾ ਪੰਜਾਬ ਹੁੰਦੇ ਸੁਣਦੇ ਹੀ ਅਸੀਂ ਆਪਣੇ ਪੰਜਾਬ ਤੋਂ ਦੂਰ ਦੇਸ਼ਾਂ ਵਿੱਚ ਪਰਦੇਸਾਂ ਦੇ ਵਿੱਚ ਉੱਥੇ ਅਸੀਂ ਬੈਠੇ ਹੋਏ ਹਾਂ। ਆਪਾਂ ਇੱਥੇ ਹੁਣ ਬਿਲਕੁਲ ਪਹੁੰਚ ਚੁੱਕੇ ਹਾਂ। ਜਿੱਥੇ ਮੁਜ਼ਾਹਰੇ ਲੱਗਣਗੇ, ਪ੍ਰੋਟੈਸਟ ਹੋਏਗਾ, ਸਪੀਚਾਂ ਹੋਣਗੀਆਂ, ਬੁਲਾਰਿਆਂ ਨੇ ਬੋਲਣਾ, ਆਪਣੀ ਆਪਣੀ ਗੱਲ ਇੱਥੇ ਰੱਖਣੀ ਹੈ। ਉਹਦੇ ਉੱਪਰ ਆਪਾਂ ਇੱਥੇ ਹੁਣ ਬੱਚਿਆਂ ਦੇ ਨਾਲ ਮਾਵਾਂ ਵੀ ਆਪਣੀਆਂ ਆਈਆਂ ਨੇ। ਅਸੀਂ ਸੈਂਟਰ ਲੰਡਨ ਵਿੱਚ ਅੱਜ ਹਾਜ਼ਰ ਹੋਇਆ। ਬੜੀ ਸੰਗਤ ਇੱਥੇ ਆਈ ਹੋਈ ਹੈ, ਬੜੀ ਸੰਗਤ ਪੁੱਜੀ ਹੋਈ ਹੈ। ਆਪਾਂ ਗੱਲਬਾਤ ਕਰਾਂਗੇ ਸਿੰਘ ਸਾਹਿਬਾਂ ਨਾਲ। ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਦੇਖਦੇ ਰਹੋ ਪੰਜਾਬੀ ਵਿਰਾਸਤ USA ਚੈਨਲ, ਜੋ ਕਿ ਤੁਹਾਨੂੰ ਹਰ ਪਲ ਦੀ ਖਬਰ तुरंत ही दे दिंदा है, लाइव तुहानू दस दिंदा है, देरी नहीं करता। सो अपना प्यार भरिया साथ पंजाबी विरासत नू दिओ। सो गलबात करांगे सिख सज्जणा नाल जो कि इस मुहिम दे विच
ਆਪਣਾ ਯੋਗਦਾਨ ਪਾ ਰਹੇ ਨੇ। ਹਾਂਜੀ ਭਾਈ ਹਰਜਿੰਦਰ ਸਿੰਘ ਖੇੜਾ ਜੀ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਹੈ ਨਹੀਂ ਇੰਟਰਵਿਊ ਦੇਣ ਵਾਲੇ ਨਹੀਂ ਅਸੀਂ ਹੈਗੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਾਹਿਗੁਰੂ ਸਮੇਂ ਜੀ। ਤੁਸੀਂ ਲਾਈਵ ਪੰਜਾਬੀ ਵਿਰਾਸਤ ਨਾਲ ਜੁੜ ਚੁੱਕੇ ਹੋ। ਅੱਜ ਦੀ ਜਦੋਂ ਆਪਾਂ ਇੱਥੇ ਆਏ ਲੰਡਨ ਵਿੱਚ, ਇਹਦੇ ਬਾਰੇ ਕੁਝ ਬਚਨ ਦੱਸੋ ਕਿ 84 ਨੂੰ 35 ਸਾਲ ਹੋ ਗਏ ਨੇ, 38 ਸਾਲ 38 ਸਾਲ ਹੋ ਗਏ ਨੇ, ਇਨਸਾਫ ਹਜੇ ਤੱਕ ਮਿਲਿਆ ਨਹੀਂ। ਮੁਜ਼ਾਹਰੇ ਕਰਕੇ, ਪ੍ਰੋਟੈਸਟ ਕਰਕੇ ਆਪਾਂ ਇਨਸਾਫ ਲੈ ਸਕਦੇ ਹਾਂ। ਹਾਂਜੀ, ਜਿਹੜਾ ਜਿੱਥੋਂ ਤੱਕ ਇਨਸਾਫ ਦੀ ਗੱਲ ਆ, ਉਹ ਤਾਂ ਹਿੰਦੁਸਤਾਨ ਦੀਆਂ ਜਿਹੜੀਆਂ ਕੋਰਟਾਂ ਆ, ਹਾਈ ਕੋਰਟ ਹੈ ਜਾਂ ਸੁਪਰੀਮ ਕੋਰਟ ਨੇ ਦੇਣਾ ਜਾਂ ਸਰਕਾਰਾਂ ਨੇ ਦੇਣਾ। ਇੱਥੇ ਆਪਾਂ ਆਪਣਾ ਜੋ ਰੋਸ ਆ ਉਹ ਜ਼ਾਹਰ ਕਰਨ ਦਾ ਆਪਾਂ ਨੂੰ ਹੱਕ ਹੈਗਾ, ਇੱਥੇ ਤਾਂ ਆਪਾਂ ਉਹ ਕਰਦੇ ਆ। ਤਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਜਗਾਉਣਾ ਆ ਵੀ ਸਾਡੇ ਨਾਲ ਕੀ ਹੋਇਆ, ਕਿਉਂ ਹੋਇਆ, ਤਾਂ ਆਪਾਂ ਹਾਂ ਵਾਸਤੇ ਇਹ ਤੋਂ ਅਵੇਅਰ ਕਿੱਦਾਂ ਰਹਿਣਾ, ਤੇ ਆਪਾਂ ਦੁਨੀਆ ਨੂੰ ਵੀ ਦੱਸਣਾ ਵੀ ਸਿੱਖ ਕੌਮ ਨਾਲ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਕੀ ਕੁਛ ਕਰਦੀ ਆ। ਜੀ, ਤੇ ਮੇਰਾ ਦੂਜਾ ਸਵਾਲ ਹੈ, ਕਿਉਂਕਿ ਅੱਜ ਸਿੱਖ ਫਾੜ ਦੇ ਵਿੱਚ ਇੰਨੀਆਂ ਦੋ ਫਾੜਤਾਂ ਪੈ ਗਈਆਂ। ਇੱਕ ਜਥੇਬੰਦੀ ਹੁੰਦੀ ਸੀ, ਇੱਕ ਦੀਆਂ ਅੱਜ ਅਨੇਕਾਂ ਹੀ ਜਥੇਬੰਦੀਆਂ ਹੋ ਗਈਆਂ ਨੇ। ਇੱਕ ਜਥੇਬੰਦੀ ਦੀ ਗੱਲ ਦੂਜੀ ਜਥੇਬੰਦੀ ਨਾਲ ਰਲਦੀ ਨਹੀਂ ਹੈ। ਕੀ ਇਸ ਤਰੀਕੇ ਦੇ ਨਾਲ ਸਾਨੂੰ ਇਨਸਾਫ ਤੇ ਖਾਲਸਾ ਰਾਜ ਮਿਲ ਸਕਦਾ ਹੈ? ਦੇਖੋ ਜੀ, ਖਾਲਸਾ ਰਾਜ ਤਾਂ ਇਹ ਜਦੋਂ ਕੋਈ ਰਾਵਾਂ ਨਹੀਂ ਹੈਗੀਆਂ ਕਿ ਅੱਜ ਜਥੇਬੰਦੀਆਂ ਬਹੁਤ ਨੇ। ਜਦੋਂ ਖਾਲਸਾ ਰਾਜ ਹੋਣਾ ਤਾਂ ਆਪਾਂ ਨੂੰ ਏਕਤਾ ਕਰਨੀ ਚਾਹੀਦੀ ਆ, ਉਹ ਏਕਤਾ ਤੋਂ ਬਿਨਾਂ ਨਹੀਂ ਹੋਣਾ। ਜੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਦੋਂ ਵੀ ਆਪਣੀਆਂ ਬਹੁਤ ਮਿਸਲਾਂ ਸੀਗੀਆਂ, ਸਿੱਖ ਮਿਸਲਾਂ। ਜੀ ਉਦੋਂ ਵੀ ਮਿਸਲਾਂ ਨੂੰ ਇਕੱਠਾ ਹੋਣਾ ਪਿਆ। 5 ਜਾਂ 4 ਮਿਸਲਾਂ ਜਿਹੜੀਆਂ ਉਹ ਇਕੱਠੀਆਂ ਸੀ, ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕਰ ਦਿੱਤਾ। ਜੀ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਨੂੰ ਏਕਤਾ ਕਰਨੀ ਪੈਣੀ ਆ। ਹਿੰਦੁਸਤਾਨ ਦੀ ਜੋ ਸਰਕਾਰ ਆ, ਉਹਦੇ ਨਾਲ ਲੜਨ ਵਾਸਤੇ ਆਪਣਾ ਖੁੱਸਿਆ ਹੋਇਆ ਰਾਜ, ਜੋ ਸਾਡੇ ਤੋਂ ਖੋਇਆ ਗਿਆ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਹ ਵਾਪਸ ਲੈਣ ਲਈ ਸਾਨੂੰ ਆਪਸ ਵਿੱਚ ਇਕੱਤਰ ਹੋਣਾ ਪੈਣਾ, ਤਾਂ ਇਕੱਤਰ ਹੋਣਾ ਚਾਹੀਦਾ। ਪਰ ਅਸੀਂ ਹੋਵਾਂਗੇ ਕਿਵੇਂ? ਸਭ ਤੋਂ ਵੱਡਾ ਸਵਾਲ ਹੈ ਕਿ ਇੱਕ ਦੀ ਵਿਚਾਰ ਦੂਜੇ ਨਾਲ ਨਹੀਂ ਰਲਦੀ। ਨਾਨਕ ਸਰਿਆਂ ਦੀ ਅਲੱਗ ਰਹਿਤ ਮਰਿਆਦਾ ਹੈ, ਦਮਦਮੀ ਟਕਸਾਲ ਦੀ ਅਲੱਗ ਮਰਿਆਦਾ ਹੈ, ਸ਼੍ਰੋਮਣੀ ਗੁਰਦੁਆਰਾ ਅਕਾਲੀ ਦੀ ਅਲੱਗ ਹੈ, ਹਰ ਇੱਕ ਸੰਤਾਂ ਦੀ ਅਲੱਗ ਮਰਿਆਦਾ ਹੈਗੀ। ਆਪਾਂ ਜੇ ਸਾਡੀ ਮਰਿਆਦਾਵਾਂ ਵੱਖਰੀਆਂ ਨੇ, ਸਾਡਾ ਇਕੱਠ ਕਿਵੇਂ ਹੋਏਗਾ ਫਿਰ? ਦੇਖੋ, ਜਿਹੜੀ ਮਰਿਆਦਾ ਆ ਉਹ ਆਪਣੀ ਜਗ੍ਹਾ ਆ। ਜਿਹੜਾ ਸਾਡਾ ਸਿੱਖ ਰਾਜ ਹੋਏਗਾ ਸਿਆਸੀ ਸਾਡਾ ਹੱਕ। ਜੀ, ਮਰਿਆਦਾ ਜਿਹੜੀ ਆ ਉਹ ਪਰ ਜੇ ਸਿੱਖ ਕੌਮ ਮਰਿਆਦਾ ਦੀ ਇੱਕ ਹੋਏਗੀ ਤਾਂ ਇੱਕ ਪਲੇਟਫਾਰਮ ਥੱਲੇ ਅਸੀਂ ਸਾਰੇ ਇਕੱਠੇ ਨਹੀਂ। ਮਰਿਆਦਾ ਜਦੋਂ ਧਰਮ ਯੁੱਧ ਮੋਰਚਾ ਲਗਾ, ਉਦੋਂ ਵੀ ਮਰਿਆਦਾ ਆਪਣੀ ਇੱਕ ਨਹੀਂ ਸੀ, ਲੇਕਿਨ ਸਾਰਾ ਸਿੱਖ ਕੌਮ ਇਕੱਠਾ ਹੋ ਕੇ ਲਾਇਆ। ਸਾਨੂੰ ਲੀਡਰਸ਼ਿਪ ਦੀ ਘਾਟ ਹੈ, ਜਿਹੜੀ ਸਿੱਖ ਲੀਡਰਸ਼ਿਪ ਆ, ਉਹ ਜਦੋਂ ਪੰਜਾਬ ਦੇ ਵਿੱਚ ਇੱਕ ਹੋ ਗਈ, ਜਦ ਤੱਕ ਆਪਣੇ ਕੋ ਸੰਤ ਜਨਿਆ ਸਿੰਘ ਭਿੰਡਰਾਂ ਵਾਲਾ ਵਰਗਾ ਕੋਈ ਸਿੱਖ ਲੀਡਰ ਆ ਗਿਆ, ਉਦੋਂ ਕੰਮ ਆਪਣੇ ਆਪ ਹੀ ਇਕੱਠੀ ਹੋ ਜਾਣੀ ਹੈ। ਸਿੱਖ ਲੀਡਰਸ਼ਿਪ ਦੀ ਘਾਟ ਆ, ਸੰਗਤ ਵਿੱਚ ਕੋਈ ਘਾਟ ਨਹੀਂ। ਪਰ ਉਹ ਲੀਡਰ ਆਵੇਗਾ ਕਿਵੇਂ? ਜਦੋਂ ਵੀ ਕੋਈ ਨਾ ਕੋਈ ਸਿੱਖਾਂ ਦੇ ਹੱਕ ਲਈ ਖੜਾ ਹੁੰਦਾ ਹੈ, ਜਿਸ ਤਰ੍ਹਾਂ ਦੀਪ ਸਿੱਧੂ ਖੜਾ ਹੋਇਆ ਸੀਗਾ, ਉਹਨੂੰ ਨੂੰ ਮੌਤ ਤੇ ਉਤਾਰਿਆ ਗਿਆ। ਦੀਪ ਸਿੱਧੂ ਕੋਈ ਸਿੱਖ ਲੀਡਰ ਨਹੀਂ ਸੀ, ਇੱਕ ਨੌਜਵਾਨ ਪੜ੍ਹਿਆ ਲਿਖਿਆ ਨੌਜਵਾਨ ਸੀ। ਪੜ੍ਹਿਆ ਲਿਖਿਆ ਨੌਜਵਾਨ ਸੀ। ਉਹਨੇ ਸਿੱਖ ਕੌਮ ਦੀ ਜੋ ਤਰਸਦੀ ਆ, ਉਹ ਤੇ ਉਹਨੇ ਗੱਲਬਾਤ ਕੀਤੀ, ਆਪਣੇ ਵਿਊ ਰੱਖੇ। ਪੜ੍ਹਿਆ ਲਿਖਿਆ ਸੀ, ਦੁਨੀਆ ਦੀ ਹਿਸਟਰੀ ਨੂੰ, ਦੁਨੀਆ ਦੀ ਪੋਲਿਟਿਕਸ ਨੂੰ ਸਮਝਦਾ ਸੀ। ਉਹਨੇ ਪੰਜਾਬ ਦੇ ਨੌਜਵਾਨਾਂ ਨੂੰ ਜਗਾਉਣ ਦਾ ਕੰਮ ਕੀਤਾ, ਲੇਕਿਨ ਉਹ ਲੀਡਰ ਨਹੀਂ ਸੀ ਸਿੱਖ ਕੌਮ ਦਾ। ਜੇ ਆਪਾਂ ਕਹੇ ਲੀਡਰ ਸੀਗਾ, ਉਹ ਬਣ ਸਕਦਾ ਸੀਗਾ, ਪਰ ਉਹਨੇ ਜਿਹੜੀ ਆਪਣੀ ਲਗਜ਼ਰੀ ਲਾਈਫ, ਸਾਰਾ ਕੁਝ ਆਪਣਾ ਜੀਵਨ ਬਾਲੀਵੁੱਡ ਦਾ ਛੱਡ ਕੇ ਜਦੋਂ ਫਰਕ ਕਰਕੇ ਆ ਗਿਆ ਇਸ ਪਾਸੇ ਨੂੰ, ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਕੋਈ ਆਪਣਾ ਉਹਨੇ ਸੁੱਖ ਆਰਾਮ ਛੱਡ ਕੇ ਪੰਜਾਬ ਅਤੇ ਸਿੱਖ ਕੌਮ ਲਈ ਹਾਂ ਦਾ ਨਾਰਾ ਮਾਰਿਆ, ਜਿਸ ਕਰਕੇ ਉਹਨੂੰ ਸਿੱਖ ਕੌਮ ਤੋਂ ਪਰੇ ਕਰ ਦਿੱਤਾ ਗਿਆ। ਚਾਹੇ ਉਹ ਐਕਸੀਡੈਂਟ ਕਰ ਲਈਏ ਜਾਂ ਆਪਾਂ ਉਹਨੂੰ ਕਤਲ ਦਾ ਨਾਂ ਦੇ ਦਈਏ ਵੀ ਕਤਲ ਕੀਤਾ ਗਿਆ। ਸੋ ਇਹ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਵੀ ਪੰਜਾਬ ਲਈ ਜਾਂ ਸਿੱਖਾਂ ਲਈ ਬੋਲੂਗਾ, ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੂਗੀ ਸਰਕਾਰ। ਕੀ ਫਿਰ ਇਸ ਤਰ੍ਹਾਂ ਦਾ ਡਰ ਹੋਏਗਾ, ਫਿਰ ਆਉਣ ਵਾਲੇ ਸਮੇਂ 'ਚ ਕੋਈ ਯੋਧਾ, ਕੋਈ ਲੀਡਰ ਅੱਗੇ ਹੋਏਗਾ? ਦੇਖੋ ਜੇ ਤੁਸੀਂ ਜਿਵੇਂ ਤੁਸੀਂ ਕਹਿੰਦੇ ਹੋ ਤੂੰ ਪੜ੍ਹਿਆ ਲਿਖਿਆ ਸੀ, ਤਾਂ ਉਹਨਾਂ ਸਰਕਾਰਾਂ ਦੀ ਅੱਖ ਵਿੱਚ ਚੁੱਭਦਾ ਸੀ, ਉਹਨੂੰ ਪਾਸੇ ਕਰ ਦਿੱਤਾ। ਫਿਰ ਇਸ ਤਰੀਕੇ ਦੇ ਨਾਲ ਜਿਹੜੇ ਯੋਧੇ ਆ ਨਾ, ਉਹ ਕਿ ਤਸ਼ੱਦਦ ਤੋਂ, ਕਿਸੇ ਮਰਨ ਤੋਂ ਨਹੀਂ ਡਰਦੇ। ਜਿਹੜਾ ਯੋਧਾ ਹੈ ਉਹ ਮਰਨ ਤੋਂ ਨਹੀਂ ਡਰਦਾ, ਜਿਹੜਾ ਮਰਨ ਤੋਂ ਡਰਦਾ ਉਹ ਯੋਧਾ ਨਹੀਂ ਹੈਗਾ ਜੀ। ਉਹ ਲੀਡਰ ਨਹੀਂ ਬਣ ਸਕਦਾ ਜਿਹੜਾ ਡਰਦਾ ਆ ਜੀ। ਹਾਂਜੀ। ਤੇ ਜੀ ਅੱਜ ਹੁਣ ਜਿੱਥੇ ਆਪਾਂ ਜਿਹੜਾ ਦੀ ਧਰਤੀ ਵਿੱਚ ਆ, ਸਾਡਾ ਇਕੱਠ ਕਿਉਂ ਨਹੀਂ ਹੋ ਰਿਹਾ? ਹਾਂਜੀ, ਇਹਦਾ ਇੱਕੋ ਇੱਕ ਸੋਲੂਸ਼ਨ ਹੈ ਵੀ ਅਕਾਲ ਤਖਤ ਦਾ ਜਥੇਦਾਰ ਉਹ ਆਜ਼ਾਦ ਹੋਵੇ, ਉਹ ਕੋਈ ਸਿਆਸੀ ਪਾਰਟੀ ਨਾ ਬਣਾਵੇ।
ਆਪਣੀ ਏਕਤਾ ਹੋ ਸਕਦੀ ਆ, ਕੋਈ ਵੱਡੀ ਗੱਲ ਨਹੀਂ। ਕੋਈ ਮੈਂ ਫਿਰ ਉੱਥੇ ਹੁੰਦਾ ਵੀ ਸਿੱਖ ਲੀਡਰਸ਼ਿਪ ਜਿਹੜੀ ਆ ਸੈਂਟਰਲ ਲੀਡਰਸ਼ਿਪ ਆ ਪਰ ਜੇ ਉਹ ਜਿੰਨਾ ਚਿਰ ਇੱਕ ਨਹੀਂ ਆਪਣੀ ਹੈਗੀ ਉਹਨਾਂ ਚਿਰ ਆਪਣੀ ਏਕਤਾ ਨਹੀਂ ਹੋਣੀ। ਜਿੱਦਾਂ ਪੰਜਾਬ ਦੇ ਵਿੱਚ ਕਿਸੇ ਨੂੰ ਟਿਕਟ ਨਹੀਂ ਦਿੰਦੇ ਨੇ, ਹੁਣ ਭਗਵੰਤ ਮਾਨ ਆਇਆ, ਉਹਨਾਂ ਨੇ ਕਿੰਨੇ ਕੁ ਵਾਅਦੇ ਕੀਤੇ ਮੇਰੇ ਖਿਆਲ ਪਿੱਛੇ ਨਗਰ ਆਪਣਾ ਜੋ ਮਾਰਚ ਖਤਮ ਹੋਣ ਵਾਲਾ ਆ ਤਾਂ ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ। ਬਿਲਕੁਲ ਜੀ, ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Our duty is to serve the Panth and challenge our comfortable existence so we can further the Qawmi Nishana for Khalistan, so we can live in freedom and have our own country once again. The question for all of us is, where do we take our inspiration from? Do we take inspiration from those Sikhs like General Brad and Manmohan Singh, who served the tyrant Indian government? Or those today who serve the British government, who are India's strongest allies, which has always stood by the Sikhs as they were arrested, tortured, raped and murdered in the thousands. Cars that have been targeted by horrific violence by Punjab Police, CRPF, Indian Army, whose voices and bullets were silenced for screaming Khalistan Zindabad, for fighting for Khalistan. Cars and the families of Karkuz were targeted to suppress the spirit of the entire villages of Punjab during the first war for Khalistan. This injustice did not break our spirit. It did not silence our voices, and it did definitely not end our fight. The brutality of the Indian state galvanized the spirit of generations. Our voices, our hearts, our minds carry the spirit of our shaheeds, carry the spirit of their fight. We will not rest until our homeland is free. We will not place our hope in politicians, in governments, but in our own spirits, in the strength of our own resistance. Our fight continues today. It's our duty to become. Our fight continues today. It's our duty to become Jatheband and support Jathebandiyan like National Sikh Youth Federation. Our recent documentary as seen before, The Battle of Amritsar. It captures true politics and the message of Sant Jarnail Singh Ji to be sovereign and to never compromise our Sikhi. Like the entire Panth, our whole team has been deeply impacted by the Battle of Amritsar in June 1984. This is a pivotal moment of contemporary Sikh reality that has shaped the relationship Sikhs have with their Padshahi and the wider world as well. Following June 1984, the Sikh struggle for Khalistan has impacted our team deeply, and we have all been moved. A deep desire to embody the Sikhi of our Panths, Surme, the Panths Jujarus. The battle answers so many questions about what it means to be a Sikh of the Guru and how to confront the complex problems we are here facing today as a collective. Our inspiration was the life and the sacrifice of our Sikh Shaheeds. We wanted to connect viewers with the spirit of the Sikh Sangharsh embodied by our Jujarus. Reflecting on the current issues facing the Panth and considering our ways forward, we are motivated, and we were motivated and continue to be better. The world directly through the eyes and understand the world directly through the eyes of our Shaheeds. Today the Panth is facing multiple similar challenges and provocations. By revisiting the Battle of Amritsar from the Sikh perspective, we hope viewers will learn from the Gurmukhs that fought, so that we can collectively learn how to face our situation today with similar clarity and fortitude. The documentary is currently sold out, so keep an eye out for the screenings coming soon. If you take one thing away from this, remember the Panth has always been sovereign and will remain sovereign as long as we do not compromise with our oppressors.
As Sant Jarnail Singh Ji Khalsa Pindrawale said, it is better to die fighting than live on your knees as a ghulam. Tan Guru Pyare. Khalistan! 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 Raj karega! Raj karega! Panth ki! Panth ki! Khalistan! 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 Vaheguru Ji ka Khalsa, Vaheguru Ji ki Fateh. Waheguru Ji ka Khalsa, Waheguru Ji ki Fateh. Ehsan Bibi Avneet Kaur from the NSYF. Again, just shows you the next generations have that same passion, same power for our own truth and justice and ultimate freedom. And it's with that that we can rest assured that the next generation behind them will still have this desire for freedom within them. So no matter what successive Indian states and governments come, the one thing that will remain consistent is that Sikhs will be free. Our next speaker is Sardar Jaspal Singh Bains from Akali Dal, Maan Dal. So I'll ask Pai Sahib to come up and share his vichar. Waheguru Ji ka Khalsa, Waheguru Ji ki Fateh. ਖਾਲਸਾ ਪੰਥ ਦੇ ਵਾਰਸੋ ਫਤਿਹ ਬੁਲਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਸਮਾਂ ਬਦਲ ਰਿਹਾ ਹੈ, ਬੀਤ ਰਿਹਾ ਹੈ, ਸੱਚ ਸਾਹਮਣੇ ਆ ਰਿਹਾ ਹੈ, ਇਹ ਸੱਚ ਨੇ ਹੀ ਸਾਨੂੰ ਆਜ਼ਾਦੀ ਦਿਵਾਉਣੀ ਹੈ। ਕਿਉਂਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹਨਾਂ ਦਾ ਕੋਈ ਵੀ ਹੋਰ ਵਾਲੀ ਵਾਰਸ ਨਹੀਂ ਰਹਿੰਦਾ। ਸਿੱਖ ਕੌਮ ਦਾ ਇਤਿਹਾਸ ਜੰਗਾਂ ਯੁੱਧਾਂ ਦਾ, ਸਰਬੱਤ ਦੇ ਭਲੇ ਦਾ ਅਤੇ ਰਾਜ ਕਰਨ ਦਾ ਹੈ। ਜੇ ਆਪਾਂ ਇਸ ਭਾਰਤ ਦੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਤਾਂ ਅਨੰਦਪੁਰ ਸਾਹਿਬ ਦਾ ਮਤਾ ਭਾਰਤ ਲਈ ਇੱਕ ਹੋਰ ਵਰਦਾਨ ਸੀ। ਪਰ ਹਿੰਦੂ ਤੱਕ ਦੀ ਸੌੜੀ ਸੋਚ ਨੇ ਉਹਨੂੰ ਭਾਰਤ ਲਈ ਇੱਕ ਸ਼ਰਾਪ ਬਣਾ ਦਿੱਤਾ ਹੈ। ਅੱਜ ਸਾਰੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਉੱਤੇ ਬੇਤਹਾਸ਼ ਜ਼ੁਲਮ ਹੋ ਰਹੇ ਹਨ, ਕਤਲ ਹੋ ਰਹੇ ਹਨ, ਰੇਪ ਹੋ ਰਹੇ ਹਨ, ਮੰਦਰ ਢਾਏ ਜਾ ਰਹੇ ਹਨ, ਮਸਜਿਦਾਂ ਢਾਈਆਂ ਜਾ ਰਹੀਆਂ ਹਨ, ਗੁਰਦੁਆਰੇ ਢਾਏ ਜਾ ਰਹੇ ਹਨ। ਜੇ ਭਾਰਤ ਦੇ ਵਿੱਚ ਕੋਈ ਖੁਸ਼ਹਾਲੀ ਚਾਹੁੰਦਾ ਹੈ, ਸ਼ਾਂਤੀ ਚਾਹੁੰਦਾ ਹੈ, ਤਾਂ ਉਹ ਸਿੱਖ ਕੌਮ ਹੀ ਕਰ ਸਕਦੀ ਹੈ। ਕਈ ਵਾਰ ਲੋਕ ਕਹਿੰਦੇ ਹਨ ਕਿ ਸਾਡੇ ਕੋਲ ਲੀਡਰ ਨਹੀਂ ਹੈ। ਆਪਾਂ ਦੇਖਿਆ ਹੈ 1 ਸਾਲ ਤੋਂ ਉੱਤੇ ਕਿਸਾਨ ਮੋਰਚਾ ਚੱਲਿਆ ਦਿੱਲੀ ਦੇ ਵਿੱਚ। ਉਸ ਕਿਸਾਨ ਮੋਰਚੇ ਨੇ ਇਕੱਲੇ ਭਾਰਤ ਦੇ ਲੋਕਾਂ ਦੀ ਨਹੀਂ, ਦੁਨੀਆ ਦੇ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਸਿੱਖ ਕੌਮ ਕੀ ਕੁਝ ਕਰ ਸਕਦੀ ਹੈ। ਸਾਡੇ ਇਤਿਹਾਸ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਅਸੀਂ ਜੇ ਮੁਗਲਾਂ ਦੇ ਵਿਰੁੱਧ ਲੜਾਈ ਲੜੀ ਤਾਂ 70 ਸਾਲ ਸਾਨੂੰ ਜੰਗਲਾਂ ਯੁੱਗਾਂ ਦੇ ਵਿੱਚ ਰਹਿਣਾ ਪਿਆ। ਸਾਡੀਆਂ 5 ਜਨਰੇਸ਼ਨਾਂ ਜੰਗਲਾਂ ਦੇ ਵਿੱਚ ਜੰਮੀਆਂ ਪਲੀਆਂ ਅਤੇ ਉਹਨਾਂ ਨੇ ਮੁਗਲਾਂ ਨੂੰ ਉਠਾ ਕੇ ਆਪਣਾ ਖਾਲਸਾ ਰਾਜ ਪੈਦਾ ਕੀਤਾ, ਜਿਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਾਰੇ ਹੀ ਬਰਾਬਰ ਸੀਗੇ। ਅੱਜ ਸਮਾਂ ਮੁੜ ਕੇ ਆ ਗਿਆ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਲਈਏ। ਅੱਜ ਸਾਨੂੰ ਇੱਕ ਬਹੁਤ ਹੀ ਸੁਨਹਿਰੀ ਮੌਕਾ ਮਿਲਿਆ ਹੋਇਆ ਹੈ। ਸਾਰੀ ਸਿੱਖ ਕੌਮ ਜਿਹੜੇ ਵਿਕਸਿਤ ਦੇਸ਼ ਹਨ, ਅਮਰੀਕਾ, ਕੈਨੇਡਾ, UK, ਯੂਰਪ, ਆਸਟ੍ਰੇਲੀਆ, ਉੱਥੇ ਸਾਡੀ ਨਵੀਂ ਜਨਰੇਸ਼ਨ ਪੈਦਾ ਹੋ ਕੇ ਜਵਾਨ ਹੋ ਗਈ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਜਿੱਥੇ ਪ੍ਰੋਟੈਸਟ ਕਰਦੇ ਹਾਂ, ਲੋਕਾਂ ਨੂੰ ਦੱਸਦੇ ਹਾਂ, ਜਿੱਦਾਂ ਅਸੀਂ ਹਰੇਕ ਸਾਲ ਇਸ ਵਿੱਚ SFO ਦੇ ਬੈਨਰ ਥੱਲੇ ਇਹ ਜਿਹੜਾ ਹੈਗਾ ਰੋਸ ਮਾਰਚ ਕਰਦੇ ਹਾਂ। ਸਾਡੇ ਨੌਜਵਾਨ ਬੱਚੀਆਂ ਇੰਗਲਿਸ਼ ਦੇ ਵਿੱਚ, ਇਟਾਲੀਅਨ ਦੇ ਵਿੱਚ, ਜਰਮਨ ਦੇ ਵਿੱਚ, ਜਿੱਥੇ ਵੀ ਉਹ ਜੰਮੇ ਪਲੇ ਹਨ, ਉਹ ਆਪਣੇ ਨੈਸ਼ਨਲ ਮੀਡੀਆ ਦੇ ਵਿੱਚ, ਆਪਣੇ ਲੋਕਲ ਮੀਡੀਆ ਦੇ ਵਿੱਚ, ਇੰਗਲਿਸ਼ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਮਾਤਰੀ ਭਾਸ਼ਾ ਹੈਗੀ ਉਸ ਦੇਸ਼ ਦੇ ਵਿੱਚ ਰਹਿੰਦਿਆਂ ਦੀ ਉਹਨਾਂ ਲੋਕਾਂ ਨੂੰ ਦੱਸਣ ਕਿ ਸਾਡੇ ਨਾਲ ਕੀ ਜ਼ੁਲਮ ਹੋਇਆ ਹੈ। ਕਿਉਂਕਿ ਮੀਡੀਆ ਤੋਂ ਬਗੈਰ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ, ਕੋਈ ਵੀ ਸੱਚ ਸਾਹਮਣੇ ਨਹੀਂ ਆ ਸਕਦਾ। ਸੋ ਸਾਨੂੰ ਇਹ ਇੱਕ ਬਹੁਤ ਹੀ ਜ਼ਰੂਰੀ ਹੈਗਾ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਇੱਥੇ, ਸਾਨੂੰ ਖੁਸ਼ੀ ਹੈ ਕਿ ਸਾਡੇ ਨੌਜਵਾਨਾਂ ਨੇ ਇਸ ਕੰਮ ਨੂੰ ਸੰਭਾਲ ਲਿਆ ਹੈ
ਅਤੇ ਸਾਡੇ ਵਾਲੀ ਜਨਰੇਸ਼ਨ ਪਿੱਛੇ ਹਟਦੀ ਇੱਕ ਦਿਨ ਪਿੱਛੇ ਹਟ ਜਾਵੇਗੀ। ਸਾਨੂੰ ਕੋਈ ਪਤਾ ਨਹੀਂ ਕੱਲ੍ਹ ਨੂੰ ਕਿਹੜੇ ਨੇ ਹੋਣਾ ਕਿਹੜੇ ਨੇ ਨਹੀਂ ਹੋਣਾ ਹੈ। ਸਾਡੇ ਇੱਕ ਬਹੁਤ ਹੀ ਪਿਆਰੇ ਦੋਸਤ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ, ਸੇਵਾ ਸਿਮਰਨ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ ਅਤੇ ਉਹਨਾਂ ਨੇ ਲੰਗਰ ਦੀ ਸੇਵਾ 38 ਸਾਲ ਕੀਤੀ, ਭਾਈ ਬਲਵੀਰ ਸਿੰਘ ਜੀ ਖੇਲਾ ਨੇ। ਅਤੇ ਜਾਣ ਲੱਗਿਆ ਨੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਇਹ ਜਿਹੜੀ ਸੇਵਾ ਹੈਗੀ ਆ ਮੈਂ ਚਾਹੁੰਦਾ ਹੈਗਾ ਕਿ ਕੰਟੀਨਿਊ ਰਹੇ। ਤੇ ਅੱਜ ਉਹਨਾਂ ਦਾ ਪਰਿਵਾਰ ਫਿਰ ਲਗਾਤਾਰ ਉਸੇ ਤਰੀਕੇ ਦੇ ਨਾਲ ਸੇਵਾ ਕਰ ਰਿਹਾ ਹੈ। ਜਿੱਥੇ ਹੋਰ ਸੇਵਾਵਾਂ ਹੋ ਰਹੀਆਂ ਹਨ, ਹੋਰ ਪਰਿਵਾਰ ਹੋਰ ਜਥੇਬੰਦੀਆਂ ਕਰ ਰਹੀਆਂ ਹਨ, ਉੱਥੇ ਭਾਈ ਖੇਲਾ ਨੇ ਇਹ ਇੱਕ ਐਗਜ਼ਾਮਪਲ ਪੈਦਾ ਕਰ ਦਿੱਤੀ ਸਾਡੇ ਲਈ ਕਿ ਅਸੀਂ ਇਸ ਚੀਜ਼ ਨੂੰ ਅੱਗੇ ਵਧਾਈਏ। ਅਤੇ ਆਜ਼ਾਦੀ ਜਿਹੜੀ ਹੈਗੀ ਆ ਉਹ ਬਹੁਤ ਹੀ ਜ਼ਰੂਰੀ ਹੁੰਦੀ ਹੈ। ਆਜ਼ਾਦੀ ਤੋਂ ਬਗੈਰ ਕੋਈ ਕੌਮ ਤਰੱਕੀ ਨਹੀਂ ਕਰ ਸਕਦੀ। ਅੱਜ ਪੰਜਾਬ ਦੇ ਵਿੱਚ ਹਿੰਦੂਤਵ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਆਪਣਾ ਹਿੰਦੂ ਰਾਸ਼ਟਰ ਦਾ ਜਿਹੜਾ ਹੈਗਾ ਜਿਹੜਾ ਏਜੰਡਾ ਹੈਗਾ ਆ ਉਹ ਲੈ ਕੇ ਗਲੀਆਂ ਬਾਜ਼ਾਰਾਂ ਦੇ ਵਿੱਚ ਆ ਗਿਆ ਹੈ। ਉਹਨਾਂ ਨੇ ਇਸ ਚੀਜ਼ ਦਾ ਤਹਈਆ ਕਰ ਲਿਆ ਹੈਗਾ। ਉਹ ਇੰਡੀਅਨ ਪਾਰਲੀਮੈਂਟ ਦੇ ਜਮਾਂ ਹੀ ਕੋਲ ਜਿਹੜੇ ਉੱਥੇ ਦੇ ਉਹਨਾਂ ਦੇ ਅੱਤਵਾਦੀ ਰੈਡੀਕਲ ਗਰੁੱਪਸ ਹਨ, ਉਹਨਾਂ ਨੇ ਮਤੇ ਪਾਸ ਕੀਤੇ, ਉਹਨਾਂ ਨੇ ਕਾਨਫਰੰਸਾਂ ਕੀਤੀਆਂ, ਸੈਮੀਨਾਰ ਕੀਤੇ ਵੀ ਜਿਹੜਾ ਵੀ ਹਿੰਦੂ ਰਾਸ਼ਟਰ ਦੇ ਮੋਹਰੇ ਡਿੱਕਾ ਬਣੂਗਾ ਅਸੀਂ ਉਹਨੂੰ ਉਠਾ ਦੇਵਾਂਗੇ। ਕਿਸਾਨ ਮੋਰਚੇ ਦੇ ਵਿੱਚ ਦੀਪ ਸਿੱਧੂ ਇੱਕ ਨੌਜਵਾਨ ਵਿਦੇਸ਼ਾਂ ਦਾ ਪੜ੍ਹਿਆ ਹੋਇਆ ਮਾਡਰਨ ਜਿਹੜੀ ਸੋਚ ਦਾ ਉਹ ਧਾਰਨੀ ਸੀਗਾ। ਉਹਨਾਂ ਨੇ ਖਾਲਿਸਤਾਨ ਦੀ, ਉਹਨਾਂ ਨੇ ਆਜ਼ਾਦੀ ਦੀ, ਕਿਸਾਨਾਂ ਦੀ, ਲੋਕਾਂ ਦੀ ਗੱਲ ਕੀਤੀ ਅਤੇ ਉਹਨੂੰ ਉਹਨਾਂ ਨੇ ਏਜੰਸੀਆਂ ਨੇ ਕਤਲ ਕਰ ਦਿੱਤਾ। ਹੁਣ ਸਿੱਧੂ ਮੂਸੇਵਾਲਾ ਜਿਹਦਾ ਕਿ ਸਾਰੀ ਦੁਨੀਆ ਦੇ ਵਿੱਚ ਉਹਦੀ ਪਪੂਲੈਰਿਟੀ ਹੋ ਗਈ ਸੀਗੀ ਅਤੇ ਉਹ ਖਾਲਿਸਤਾਨ ਦੀ, ਆਜ਼ਾਦੀ ਦੀ, ਸੰਤਾਂ ਦੀ ਗੱਲ ਕਰਦਾ ਸੀ, ਸ਼ਹੀਦਾਂ ਦੀ ਗੱਲ ਕਰਦਾ ਸੀਗਾ ਤੇ ਉਹ ਤੋਂ ਗੌਰਮੈਂਟ ਇੰਨੀ ਡਰ ਗਈ ਕਿ ਉਹਨੂੰ ਵੀ ਉਹਨਾਂ ਨੇ ਆਪਣੇ ਰਾਹ ਦਾ ਰੋੜਾ ਸਮਝ ਕੇ ਪਰੇ ਕਰ ਦਿੱਤਾ ਹੈ। ਸੋ ਜਦ ਤੱਕ ਅਸੀਂ ਇਸ ਦੇਸ਼ ਦੇ ਵਿੱਚ, ਕਿਉਂਕਿ ਇਸ ਦੇਸ਼ ਦੀਆਂ ਜਿਹੜੀਆਂ ਵੈਲਿਊਜ਼ ਹਨ, ਪੋਲੀਟੀਕਲ ਵੈਲਿਊਜ਼ ਹਨ, ਸਮਾਜਿਕ ਵੈਲਿਊਜ਼ ਹਨ, ਉਹ ਬਹੁਤ ਵੱਡੀਆਂ ਹਨ, ਪਰ ਇੱਥੇ ਦੀ ਜਿਹੜੀ ਸੱਜੇ ਪੱਖੀ ਗੌਰਮੈਂਟ ਹੈ ਉਹ ਭਾਰਤ ਦੀ ਰੈਡੀਕਲ ਗੌਰਮੈਂਟ ਦੇ ਨਾਲ ਰਲੀ ਹੋਈ ਹੈ। ਉਹਨਾਂ ਨਾਲ ਘਿਓ ਖਿਚੜੀ ਹੈ ਅਤੇ ਉਹਨਾਂ ਦੇ ਨਾਲ ਵਪਾਰਕ ਸੰਬੰਧ ਅਸੀਂ ਕਹਿੰਦੇ ਕਰਨ, ਪਰ ਕਿਸੇ ਸਿੱਖਾਂ ਦੀ ਜਿਹੜੀ ਜਾਨ ਮਾਲ ਹੈਗੀ ਆ ਉਹਦੇ ਵਿੱਚ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਜਗਤਾਰ ਸਿੰਘ ਜੱਗੀ ਨਾਂ ਦਾ ਨੌਜਵਾਨ ਜੋ ਕੋ ਬ੍ਰਿਟਿਸ਼ ਬੋਰਨ ਸੀਗਾ, ਉਹਨੂੰ ਪਿਛਲੇ 3 ਸਾਲਾਂ ਤੋਂ ਉੱਤੇ ਹੋ ਗਿਆ ਅਤੇ ਉਹ ਅੱਜ ਸ਼ਾਇਦ ਡੈਥ ਪੈਨਲਟੀ ਦੀ ਉਹ ਸਜ਼ਾ ਦਾ ਸਾਹਮਣਾ ਕਰ ਰਿਹਾ ਹੈਗਾ। ਕੀ ਗੌਰਮੈਂਟ ਨੂੰ ਦੀਦਾ ਨਹੀਂ ਹੈ ਕਿ ਉਹ ਬ੍ਰਿਟਿਸ਼ ਸਿੱਖ ਸੀਗਾ? ਜਿੰਨੇ ਬ੍ਰਿਟਿਸ਼ ਦੇ ਬਾਕੀ ਲੋਕਾਂ ਦੇ ਹੱਕ ਹਨ ਉਹਨੇ ਸਾਡੇ ਵੀ ਇੱਥੇ ਹੱਕ ਹਨ, ਕਿਉਂਕਿ ਉਹਦੇ ਉੱਤੇ ਕੋਈ ਵੀ ਕਾਨੂੰਨੀ ਤੌਰ ਦੇ ਉੱਤੇ ਇੰਡੀਆ ਕੋਈ ਪ੍ਰੂਫ ਨਹੀਂ ਕਰ ਸਕੀ। ਪਰ ਬਦਕਿਸਮਤੀ ਸਾਡੀ ਇਹ ਹੈਗੀ ਆ ਕਿ ਇੱਥੇ ਦੀ ਜਿਹੜੀ ਪਾਰਲੀਮੈਂਟ ਹੈਗੀ ਆ ਉਹਦੇ ਵਿੱਚ ਜਿਹੜੇ ਰੈਡੀਕਲ ਰਾਈਟ ਵਿੰਗਰਸ ਹਨ ਉਹ ਉਹਨਾਂ ਦੇ ਰਾਜ ਰਲੇ ਹੋਏ ਹਨ ਅਤੇ ਉਹ ਲਗਾਤਾਰ ਸਾਡੇ ਨਾਲ ਧੋਖਾ ਕਰ ਰਹੇ ਹਨ। ਕਿਉਂਕਿ 1849 ਦੇ ਵਿੱਚ ਸਾਡਾ ਰਾਜ ਖੋਇਆ, ਫਰਜ਼ ਤਾਂ ਇਹਨਾਂ ਦਾ ਬਣਦਾ ਸੀਗਾ ਕਿ ਸਾਡਾ ਰਾਜ ਵਾਪਸ ਕਰ ਦੇ, ਪਰ ਇਹਨਾਂ ਨੇ ਉਲਟਾ ਸਿੱਖਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਹੈਗਾ ਭਾਰਤ ਦੀ ਗੌਰਮੈਂਟ ਦੀ ਸ਼ਹਿ ਦੇ ਉੱਤੇ। ਹੁਣ ਮੁੜ ਕੇ ਫੇਰ ਮੈਂ ਇੱਕ ਗੱਲ ਕੀਤੀ ਸੀਗੀ ਕਿ ਜਿਹੜਾ ਵੱਡਾ ਘੱਲੂਕਾਰਾ ਹੋਇਆ 5 ਫਰਵਰੀ 1762 ਦਾ, ਉਹ ਸੰਗਰੂਰ ਦੇ ਇਲਾਕੇ ਦੇ ਵਿੱਚ ਹੋਇਆ ਸੀਗਾ ਅਤੇ ਜਦੋਂ 30,000 ਸਿੱਖ ਸ਼ਹੀਦ ਹੋਇਆ, ਹਜ਼ਾਰਾਂ ਜ਼ਖਮੀ ਹੋਏ ਅਤੇ ਥੱਕੇ ਟੁੱਟੇ ਹੋਏ, ਉਹਨਾਂ ਉਸ ਇਲਾਕੇ ਦੇ ਲੋਕਾਂ ਨੇ ਉਹਨਾਂ ਸਿੱਖਾਂ ਦੀ ਸੇਵਾ ਸੰਭਾਲ ਕੀਤੀ ਅਤੇ ਉਹਨਾਂ ਨੂੰ ਮੁੜ ਕੇ 9 ਕਰਕੇ ਮੁੜ ਕੇ ਸਿੱਖ ਦਲਾਂ ਦੇ ਵਿੱਚ ਭੇਜਿਆ ਸੀਗਾ। ਅੱਜ ਮੁੜ ਕੇ ਫਿਰ ਉਹ ਸਮਾਂ ਆ ਗਿਆ ਹੈਗਾ ਸੰਗਰੂਰ ਦੇ ਇਲਾਕਿਆਂ ਦੇ ਲਈ ਕਿ ਉਹ ਸਰਦਾਰ ਸਿਮਰਨ ਸਿੰਘ ਮਾਨ ਜੋ ਇੱਕੋ ਇੱਕ ਉਸ ਉਹਦੇ ਵਿੱਚ ਜੋ ਇਸ ਵੇਲੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਚੱਲ ਰਹੀ ਹੈਗੀ ਆ, ਉਹ ਆਪਣਾ ਸ਼ਰੇਆਮ ਇਹ ਗੱਲ ਕਰ ਰਹੇ ਹੈਗੇ ਆ, ਸ਼ਰੇਆਮ ਚੈਲੰਜ ਕਰ ਰਹੇ ਹੈਗੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਗਦਾਰੀ ਕਰ ਰਹੇ ਹਨ ਸਿੱਖਾਂ ਦੇ ਨਾਲ। ਤੇ ਅਸੀਂ ਚਾਹੁੰਦੇ ਹੈਗੇ ਆ ਕਿ ਸਾਡੇ ਜਿਹੜੇ ਵੀ ਇੱਥੇ ਇਸ ਵੇਲੇ ਸਿੱਖ ਇੱਥੇ ਬੈਠੇ ਹਨ, ਸਾਡੀ ਗੱਲ ਰੇਡੀਓ ਟੈਲੀਵਿਜ਼ਨਾਂ ਉੱਤੇ ਸੁਣ ਰਹੇ ਹਨ, ਮੀਡੀਆ ਵਿੱਚ ਸੁਣ ਰਹੇ ਹਨ, ਉਹ ਆਪਣੇ ਰਿਸ਼ਤੇਦਾਰਾਂ ਨੂੰ ਬੇਨਤੀਆਂ ਕਰਨ ਕਿ ਮੋਹਲੇ 4 ਦਿਨ ਸਾਡੇ ਕੋਲ ਸਿਰਫ ਰਹਿ ਗਏ ਹੈਗੇ ਤੇ ਜਿਹੜੀਆਂ ਉੱਥੇ ਇਲੈਕਸ਼ਨਾਂ ਹੋ ਰਹੀਆਂ ਹਨ, ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਪ੍ਰਧਾਨ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦਾ ਚੋਣ ਨਿਸ਼ਾਨ ਬਾਲਟੀ ਹੈ, ਉਹਨਾਂ ਨੂੰ ਵੋਟ ਪਾ ਕੇ ਜਿਤਾਉਣ ਤਾਂ ਕਿ ਭਾਰਤੀ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਸੱਚ ਦੀ ਗੱਲ, ਪੰਜਾਬ ਦੀ ਗੱਲ, ਪੰਥ ਦੀ ਗੱਲ ਕਰ ਸਕਣ। ਸੋ ਦਾਸ FSO ਦਾ ਤਹਿ ਦਿਲੋਂ ਧੰਨਵਾਦੀ ਹੈ ਅਤੇ ਆਪ ਸਾਰੀਆਂ ਸੰਗਤਾਂ ਨੂੰ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋ ਕੇ
ਉਸ ਭਾਰਤੀ ਹਿੰਦੂਤਵ ਗਵਰਨਮੈਂਟ ਨੂੰ ਇੱਕ ਚੈਲੰਜ ਕੀਤਾ ਹੈ ਕਿ ਜੇ ਅਸੀਂ ਮੁਗਲਾਂ ਨੂੰ ਕੱਢ ਸਕਦੇ ਹਾਂ, ਜੇ ਅਸੀਂ ਵਿਦੇਸ਼ੀ ਬ੍ਰਿਟਿਸ਼ ਨੂੰ ਕੱਢ ਸਕਦੇ ਹਾਂ, ਤਾਂ ਜਿਹੜਾ ਹਿੰਦੂਤਵ ਹੈਗਾ ਉਹਨੂੰ ਵੀ ਅਸੀਂ ਪੰਜਾਬ ਵਿੱਚੋਂ ਕੱਢ ਕੇ ਸਾਹ ਲਵਾਂਗੇ ਅਤੇ ਆਜ਼ਾਦ ਖਾਲਿਸਤਾਨ ਲੈ ਕੇ ਰਹਾਂਗੇ। ਸੋ ਦਾਸ ਫਤਿਹ ਬੁਲਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਭਾਈ ਜਸਪਾਲ ਸਿੰਘ ਬੈਂਸ ਦਾ, ਜਿਹਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹਨ। ਹੁਣ ਸਾਧ ਸਿੰਘ ਜੀ ਦੇਖੋ, we always try to keep bringing the next generation in, ਕਿ ਹੌਸਲਾ ਮਿਲਦਾ, encouragement, and some of the young kids that are sitting here, that are probably less than 10 years old, role models for them are important of why we come here, why we protest, and why we call for our own Sikh homeland, Khalistan, which was stolen from us by the British in 1849. So I'd like to introduce our next Jatha, the Liberation Jatha from Leicester, ਜਿਹੜੇ ਨੌਜਵਾਨ ਇੱਕ ਕਵਿਤਾ ਤੁਹਾਡੇ ਨਾਲ ਸਾਂਝੇ ਕਰਨਗੇ। ਤੇ again, this just shows you the love and the pain in the next generation, which empowers all of us and all of you to keep supporting. ਸਿੰਘ ਨੂੰ ਉਹਨਾਂ ਦੇ ਸਮਝਦੇ ਨੂੰ ਕਿ ਤੁਸੀਂ ਦੱਸ ਸਕਦੇ ਹੋ ਕਿ ਸੰਤਾਂ ਦੀ ਸ਼ਖਸੀਅਤ ਕੀ ਸੀ, ਕਿੱਦਾਂ ਦੀ ਸੀ। ਉਹ ਕਹਿੰਦਾ ਕਿ ਦੁਨੀਆ ਦੇ ਵਿੱਚ ਕੋਈ ਉੱਦਾਂ ਦਾ ਬੰਦਾ ਹੋਵੇ ਤਾਂ ਮੈਂ ਦੱਸਾਂ ਵੀ ਇੱਦਾਂ ਦੀ ਸੀ। ਜਿਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਕਿ ਮੇਰਾ ਸਿੰਘ ਹਰਮੰਦਰ ਸਾਹਿਬ ਨੂੰ ਕਿਲਾ ਬਣਾਊਗਾ, ਰੰਡੀ ਦਾ ਰਾਜ ਹੋਊਗਾ, ਇਹਨਾਂ ਇੱਥੇ ਯੁੱਧ ਹੋਊਗਾ ਕਿ ਘੋੜੇ ਦਾ ਪੈਰ ਜਿਹੜਾ ਲਹੂ ਦੇ ਨਾਲ ਭਿੱਜ ਜਾਵੇਗਾ। ਉਹ ਗੁਰੂ ਕਾ ਸਿੰਘ ਕਲਗੀਧਰ ਪਾਤਸ਼ਾਹ ਜੀ ਦਾ ਸਿੱਖ, ਉਹਦੇ ਨਾਲ ਦਾ ਆਮ ਬੰਦਾ ਹੋਣਾ ਕੋਈ ਮੁਸ਼ਕਿਲ ਆ। ਸੋ ਇਸ ਕਰਕੇ ਜੋ ਗੁਰੂ ਮਹਾਰਾਜ ਜੀ ਨੇ ਸੇਵਾ ਲਾਈ ਸੀ, ਉਨੀ ਸੇਵਾ ਉਹਨੇ ਸਮੇਂ ਵਾਸਤੇ ਨਿਭਾਈ ਆ, ਔਰ ਜਿੰਨੀ ਰਹਿੰਦੀ ਆ ਉਹ ਪੂਰੀ ਹੋਣੀ ਆ। ਦਾਸ ਆਪ ਜੀ ਨੂੰ ਇਤਿਹਾਸ ਕੇ ਸੁਣਾਉਂਦਾ ਗੱਲ ਕਿ ਔਰੰਗਜ਼ੇਬ ਦਾ ਰਾਜ ਸੀ। ਕਲਗੀਧਰ ਪਾਤਸ਼ਾਹ ਜੀ ਗੁਰਗੱਦੀ ਤੇ ਬਿਰਾਜਮਾਨ ਸਨ, ਔਰ ਔਰੰਗਜ਼ੇਬ ਨੂੰ ਜਿੰਨੇ ਹਿੰਦੂ ਰਾਜੇ ਸੀ, ਪਹਾੜੀ ਰਾਜੇ ਸੀ, ਸਾਰਿਆਂ ਨੇ ਲਿਖ ਲਿਖ ਕੇ ਚਿੱਠੀਆਂ ਭੇਜੀਆਂ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਬਹੁਤ ਤੰਗ ਕਰਦੇ ਆ। ਉਹਨਾਂ ਨੇ ਸ਼ਖਸੀਅਤ ਬਾਰੇ ਪੁੱਛਿਆ, ਉਹਨਾਂ ਨੇ ਦੱਸਿਆ ਵੀ ਪਤਾ ਨਹੀਂ ਕੀ ਕਰਦਾ, ਬੰਦਗੀ ਵੀ ਕਰਦਾ ਤੇ ਉਹਨਾਂ ਦਾ ਕੋਈ ਸਾਨੀ ਨਹੀਂ, ਲਿਖਣ ਲੱਗਦਾ ਉਹਨਾਂ ਦਾ ਕੋਈ ਸਾਨੀ ਨਹੀਂ, ਹਥਿਆਰ ਚਲਾਉਂਦਾ ਉਹਨਾਂ ਦਾ ਕੋਈ ਸਾਨੀ ਨਹੀਂ, ਕੋਈ ਮੋਹਰੇ ਅੜ ਨਹੀਂ ਸਕਦਾ। ਉਹ ਇੱਕ ਸਿੰਘ ਨੂੰ 1.25 ਲੱਖ ਕਹਿੰਦਾ ਕਿ ਇਹਨੂੰ ਸੀ, ਮੇਰੇ ਵਰਗਿਆਂ ਨੂੰ ਨਹੀਂ। ਉਹ ਜਿਹੜੇ 1.25 ਲੱਖ ਦਾ ਡਿਊਟੀ ਨਿਭਾਉਣ ਵਾਲੇ ਸੀ, ਉਹਨਾਂ ਨੂੰ ਕਲਗੀਧਰ ਪਾਤਸ਼ਾਹ ਜੀ 1.25 ਲੱਖ ਦੇ ਬਰਾਬਰ ਕਹਿੰਦੇ ਸਨ। ਔਰ ਸਾਰੇ ਉਹਨਾਂ ਰਾਜਿਆਂ ਨੇ ਚਿੱਠੀਆਂ ਪਾਈਆਂ। ਔਰੰਗਜ਼ੇਬ ਨੇ ਵੀ ਇਹ ਕਹਿਤਾ ਕਿ ਮੈਨੂੰ ਤੰਗ ਕਰਦਾ। ਬਿਲਕੁਲ ਉਹ ਸਮਾਂ ਇਸ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਕੌਮ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਕਿ ਉਹਨਾਂ ਦੇ ਲਾਗੇ ਛਾਗੇ ਫਿਰਨ ਵਾਲੀਆਂ ਜਥੇਬੰਦੀਆਂ, ਅਕਾਲੀ ਦਲ, ਜਿਹੜੇ ਕਾਮਰੇਡ, ਹੋਰ ਸਾਰੇ ਜਿੰਨਾ ਵੀ ਨਿੱਕੜ ਸੁੱਕੜ ਸੀ ਨਾ, ਉਹਨਾਂ ਸਾਰਿਆਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਸਾਨੂੰ ਟਿਕਣ ਨਹੀਂ ਦਿੰਦਾ ਕਿਸੇ ਤਰ੍ਹਾਂ। ਮੈਂ 1-2 ਮਿੰਟ ਲੈਣੇ ਆ। ਕਿਸੇ ਵੀ ਤਰ੍ਹਾਂ ਇਸ ਨੂੰ ਇੱਥੋਂ ਲਾਂਭੇ ਕੀਤਾ ਜਾਵੇ। ਇੰਦਰਾ ਗਾਂਧੀ ਕੱਲੀ ਨਹੀਂ, ਇੰਦਰਾ ਗਾਂਧੀ ਨੂੰ ਪਾਈਆਂ ਹੋਈਆਂ ਚਿੱਠੀਆਂ ਸਾਡੇ ਸਿੱਖਾਂ ਦੀਆਂ, ਜਿਵੇਂ ਪਹਾੜੀ ਰਾਜਿਆਂ ਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਆਓ ਅੰਮ੍ਰਿਤ ਛਕੋ, ਤੁਸੀਂ ਮੁਗਲਾਂ ਦੀ ਗੁਲਾਮੀ ਝੱਲ ਰਹੇ ਹੋ, ਤੁਸੀਂ ਮੁਗਲ ਤੁਹਾਡੇ ਨੌਕਰ ਬਣਨਗੇ। ਪਰ ਉਹਨਾਂ ਨੇ ਉਹ ਗੱਲਾਂ ਜਾ ਕੇ ਔਰੰਗਜ਼ੇਬ ਨੂੰ ਦੱਸੀਆਂ ਕਿ ਸਾਨੂੰ ਕਲਗੀਧਰ ਪਾਤਸ਼ਾਹ ਆਹ ਕਹਿੰਦਾ, ਤੁਸੀਂ ਉਸ ਨੂੰ ਖਤਮ ਕਰੋ, ਜਾਂ ਫੜ ਲਓ ਜਾਂ ਮਾਰ ਦਿਓ, ਫਿਰ ਅਸੀਂ ਸੁੱਖ ਨਾਲ ਜੀ ਸਕਦੇ ਹਾਂ। ਇਸੇ ਤਰ੍ਹਾਂ ਹੀ ਅਕਾਲੀਆਂ ਨੇ, ਹੋਰ ਜਥੇਬੰਦੀਆਂ ਨੇ, ਸਾਰਿਆਂ ਨੇ ਚਿੱਠੀਆਂ ਲਿਖ ਇੰਦਰਾ ਗਾਂਧੀ ਨੂੰ ਪਾਈਆਂ। ਅਡਵਾਨੀ ਵਰਗੇ ਆਪ ਕਿਤਾਬਾਂ 'ਚ ਲਿਖਦੇ ਆ। ਮੈਂ ਇੱਕ ਬੇਨਤੀ ਕਰਦਾ, ਬਿਲਕੁਲ ਉਹ ਹੀ ਅਨੰਦਪੁਰ ਸਾਹਿਬ ਵਾਲਾ ਯੁੱਧ ਹੋਇਆ, ਉਸੇ ਤਰ੍ਹਾਂ ਹੀ ਕੁਰਬਾਨੀਆਂ ਹੋਈਆਂ, ਉਸੇ ਤਰ੍ਹਾਂ ਸਿੰਘਾਂ ਨੇ ਲੋਹੇ ਦੇ ਚਣੇ ਚਬਾ ਦਿੱਤੇ। ਪਰ ਬੇਨਤੀ ਇਹ ਆ ਕਿ ਆਪਾਂ ਪਹਿਲਾਂ ਤਾਂ ਉਹਨਾਂ ਅਸੂਲਾਂ ਵੱਲ ਨੂੰ ਚੱਲੀਏ ਜਿੱਥੇ ਸੱਚ ਦੀ ਗੱਲ ਆ, ਉਹ ਹੋਵੇ ਨਾ ਹੋਵੇ, ਪਰ ਉੱਥੇ ਸੱਚ ਬੋਲੋ ਕਿ ਆਹ ਗੱਲ ਗਲਤ ਆ, ਆਹ ਗੱਲ ਸਹੀ। ਜਦੋਂ ਅਸੀਂ ਅੱਧ ਵਿਚਾਲੇ ਰਵਾਂਗੇ, ਗੁਰੂ ਜਿਹੜਾ ਉਹ ਵਿਸ਼ਵਾਸ ਨਹੀਂ ਕਰਦਾ ਕਦੇ ਵੀ। ਗੁਰੂ ਪਾਪੀ ਨੂੰ ਬਖਸ਼ਦਾ ਰਿਹਾ, ਗੁਰੂ ਦਾ ਇਤਿਹਾਸ ਹੈ। ਸਾਰੇ ਗੁਰੂ ਸਾਹਿਬਾਨਾਂ ਦਾ ਵੱਡੇ ਤੋਂ ਵੱਡੇ ਪਾਪੀ ਆ ਗਏ, ਉਹਨਾਂ ਨੂੰ ਬਖਸ਼ ਦਿੱਤਾ। ਪਰ ਜੇ ਸਿੱਖ ਕਿਸੇ ਨੇ ਚਲਾਕੀ ਕੀਤੀ, ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ, ਗੁਰੂ ਸਾਹਿਬ ਨੇ ਉਹਨੂੰ ਨਹੀਂ ਬਖਸ਼ਿਆ, ਸਜ਼ਾ ਲਾਈ। ਸੋ ਇਸ ਕਰਕੇ ਆਪਾਂ ਆਪਣੇ ਅੰਦਰ ਝਾਤੀ ਮਾਰਨੀ ਆ ਕਿ ਮੈਂ ਕੌਮ ਦੇ ਨਾਲ, ਮੈਂ ਧਰਮ ਦੇ ਨਾਲ ਕਿਤੇ ਸ਼ੈਤਾਨੀ ਤਾਂ ਨਹੀਂ ਕਰ ਰਿਹਾ।
ਮੇਰੀ ਕਈ ਉਹੀ ਗੱਲ ਚੱਲੇ ਨਾ ਚੱਲੇ ਉਹ ਗੱਲ ਵੱਖਰੀ ਹੈ। ਸਮੇਂ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਨੇ ਜੋ ਲਿਖਿਆ ਉਹ ਸਮੇਂ ਨਾਲ ਹੋਣਾ, ਪਰ ਆਪਾਂ ਆਪਣੇ ਆਪ ਨੂੰ ਬਚਾਉਣ ਲਈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਾਂ ਧਰਮ ਦੇ ਲੜ ਲੱਗੀਏ, ਧਰਮ ਦੀ ਗੱਲ ਕਰੀਏ, ਧਰਮ ਦੀ ਧੁਜਾ ਸਾਡੀ ਰਾਖੀ ਕਰੇਗੀ, ਉਹਦੇ ਨਾਲ ਸਾਡਾ ਬਚਾਅ ਆ। ਖਾਲਿਸਤਾਨ ਤੇ ਇੱਕ ਦਿਨ ਬਣਨਾ ਹੀ ਬਣਨਾ, ਪਰ ਅਸੀਂ ਇਹ ਸੋਚੀਏ ਵੀ ਸਾਡਾ ਕੀ ਬਣਨਾ ਜੇ ਅਸੀਂ ਗਲਤ ਚੱਲੇ ਤਾਂ। ਸੋ ਇਹ ਦੱਸਦੀਆਂ ਬੇਨਤੀਆਂ, ਕਿਉਂਕਿ ਸਮਾਂ ਬਹੁਤ ਥੋੜਾ ਖਿਮਾ ਮੰਗਦਾ। ਇਹ ਬੇਨਤੀਆਂ ਸੀ ਕਿ ਇਤਿਹਾਸ ਹੀ ਮੁੜ ਕੇ ਦੁਹਰਾ ਹੋ ਰਿਹਾ। ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਾਡੇ ਗੁਰੂ ਤੋਂ ਕੋਈ ਤਕੜਾ ਨਹੀਂ, ਕਿਉਂਕਿ ਸਾਡਾ ਗੁਰੂ ਪਾਰ ਬ੍ਰਹਮ ਹੈ। ਉਹ ਗੁਰਬਰ ਆਕਾਰ, ਗੁਰੂ ਤੇ ਆਕਾਰ ਇੱਕ ਚੀਜ਼ ਹੈ, ਉਹਦੇ ਤੋਂ ਵੱਡਾ ਕੋਈ ਨਹੀਂ। ਕਿਸੇ ਸ਼ਖਸ ਤੋਂ ਸਾਨੂੰ ਹੋਰ ਕੋਈ ਡਰਨ ਦੀ ਲੋੜ ਨਹੀਂ। ਸੋ ਇਸ ਕਰਕੇ ਨਾ ਕਿਸੇ ਦੀ ਬੇਅਦਬੀ ਕਰੋ, ਨਾ ਕਿਸੇ ਤੋਂ ਡਰੋ, ਚੜ੍ਹਦੀ ਕਲਾ ਚ ਰਹੋ। ਉਹ ਸ਼ਹੀਦ ਸਿੰਘ, ਉਹਨਾਂ ਨੇ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਮੈਨੂੰ ਕਈ ਵਾਰੀ ਸੋਚਦਾ ਮੈਂ, ਸ਼ਹੀਦ ਸਿੰਘਾਂ ਦਾ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਕਿ ਸ਼ਹੀਦ ਸਿੰਘਾਂ ਦੇ ਅੱਗੇ ਅਰਦਾਸ ਕਰੋ ਕਿ ਸਾਨੂੰ ਖਾਲਿਸਤਾਨ ਚਾਹੀਦਾ, ਸਾਡਾ ਆਪਣਾ ਘਰ ਚਾਹੀਦਾ। ਸੋ ਇਸ ਕਰਕੇ ਦਾਸ ਇੱਥੇ ਖਿਮਾ ਮੰਗਦਾ, ਵਿਚਾਰਾਂ ਤੇ ਕਰਨ ਵਾਲੀਆਂ ਹੋਈਆਂ ਕਿਤੇ ਸਮਾਂ ਮਿਲੂ ਫੇਰ ਕਰਾਂਗੇ। ਆਓ ਹੁਣ ਦੂਸਰੇ ਬੁਲਾਰੇ ਦੇ ਆਪਾਂ ਵਿਚਾਰ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ 5-7 ਮਿੰਟਾਂ ਬਾਅਦ ਆਪਾਂ ਅਰਦਾਸ ਵਿੱਚ ਸ਼ਾਮਲ ਹੋਣਾ। ਹੁਣ ਅਸੀਂ 2 ਬੁਲਾਰੇ ਹੀ ਸਿਰਫ ਬੋਲ ਸਕਦੇ ਨੇ ਟਾਈਮ ਦੇ ਵਿੱਚ। ਭਾਈ ਮਨਪ੍ਰੀਤ ਸਿੰਘ ਜੀ ਦਰਬੀ ਤੇ ਭਾਈ ਬਲਵਾਰ ਸਿੰਘ ਜੀ ਲਿਸਟ ਜਿਹੜੇ ਮੈਨੂੰ ਨਾਂ ਦਿੱਤੇ ਗਏ ਆ, ਤੇ 3-4 ਨਾਂ ਹੋਰ ਵੀ ਆ। ਹੋਰ ਹੁਣ ਸਮਾਂ ਨਹੀਂ ਮਿਲਣਾ, ਮਾਫ ਕਰਨਾ। ਤੋਂ ਭਾਈ ਮਨਪ੍ਰੀਤ ਸਿੰਘ ਜੀ ਦਰਬੀ, ਮੈਂ ਬੇਨਤੀ ਕਰਾਂ ਕਿ ਆਪਣੇ ਵਿਚਾਰ ਸੰਕੋਚਵੇਂ ਰੂਪ 'ਚ ਹੀ ਦੇਣੇ ਹਨ। ਆਪਾਂ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਤੇ ਗਾਂਹ ਲਈ ਆਪਾਂ ਸਿਰ ਜੋੜ ਕੇ ਸੋਚੀਏ ਕਿ ਆਪਾਂ ਕੀ ਪ੍ਰੋਗਰਾਮ ਦੇ ਸਕਦੇ ਹਾਂ ਜਿਨ੍ਹਾਂ ਕੌਮ ਚੜ੍ਹਦੀ ਕਲਾ ਆਵੇ ਤਾਂ ਆਪਾਂ ਆਪਣੀ ਮੰਜ਼ਿਲ ਦੇ ਨੇੜੇ ਪਹੁੰਚੀਏ। ਭਾਈ ਮਨਪ੍ਰੀਤ ਸਿੰਘ ਜੀ ਦਰਬੀ। ਧੰਨ ਧੰਨ ਗੁਰੂ ਰੂਪ ਪੰਜ ਪਿਆਰੇ ਸਾਹਿਬਾਨ ਤੇ ਸਮੂਹ ਸੰਗਤਾਂ ਨੂੰ ਆਓ ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੁੰਦੇ ਆ, ਅੱਜ 38 ਸਾਲ ਹੋ ਗਏ, ਪਰ ਸਾਨੂੰ ਅੱਜ ਵੀ ਇਹੀ ਲੱਗਦਾ ਕਿ ਜਿਹੜਾ ਦਰਬਾਰ ਸਾਹਿਬ ਵੱਲ ਤਾਕਿਆ ਹੋਇਆ ਤੋਪ ਦਾ ਗੋਲਾ ਉਹ ਕੱਲ ਹੀ ਵੱਜਿਆ ਸੀ। ਇਦਾਂ ਹੀ ਲੱਗਦਾ ਅੱਜ ਵੀ ਹਿਰਦੇ ਬਲੁੰਦਰੇ ਹੋਏ ਨੇ, ਤੇ ਉਹਦਾ ਸਬੂਤ ਜਿਹੜਾ ਹੈ ਤੁਹਾਡੇ ਸਾਹਮਣੇ ਖੜਾ ਹੈ। 6 ਸਾਲ ਦੇ ਬੱਚੇ ਦੇ ਹੱਥ ਵਿੱਚ ਖਾਲਿਸਤਾਨ ਦਾ ਝੰਡਾ। ਸੋ ਅੱਜ ਇਸ ਬੱਚੇ ਦੀ ਸਪਿਰਿਟ ਨੂੰ ਹੌਕਾ ਦੇਣ ਵਾਸਤੇ ਇੱਕ ਮੈਂ ਨਾਰਾ ਲਾਉਣਾ ਚਾਹੁੰਦਾ, ਤੇ ਤੁਸੀਂ ਪਲੀਜ਼ ਉਹਨੂੰ ਰਿਪੀਟ ਕਰਨਾ ਜੀ। ਖਾਲਿਸਤਾਨ, ਖਾਲਿਸਤਾਨ। 38 ਸਾਲ ਦਾ ਉਹ ਸੰਤਾਪ ਜਿਹੜਾ ਕੌਮ ਅੱਜ ਵੀ ਭੋਗ ਰਹੀ ਹੈ, ਅੱਜ ਵੀ ਜੈਨੋਸਾਈਡ ਜਾਰੀ ਹੈ। ਮੈਂ ਸੇਮ ਗੱਲਾਂ ਰਿਪੀਟ ਨਹੀਂ ਕਰਨੀਆਂ, ਪਰ ਮੇਰੀ ਬੇਨਤੀ ਸਿਰਫ ਇੱਕ ਹੈ। ਅੱਜ ਹਰ ਸਾਲ ਅਸੀਂ ਲੰਡਨ ਦੀ ਧਰਤੀ ਤੇ ਕਿਉਂ ਆਉਂਦੇ ਆ, ਉਹਦਾ ਪਹਿਲਾ ਮਕਸਦ ਇਹ ਹੁੰਦਾ ਸਾਰੀ ਦੁਨੀਆ ਨੂੰ ਦੱਸਣ ਲਈ, ਤੇ ਉਸ ਹਿੰਦੁਸਤਾਨ ਦੀ ਵੈਸ਼ੀ ਸਰਕਾਰ ਨੂੰ ਦੱਸਣ ਲਈ ਕਿ ਤੇਰਾ ਉਹ ਗੁਨਾਹ ਨਾ ਭੁੱਲਣ ਯੋਗ ਹੈ ਤੇ ਨਾ ਬਖਸ਼ਣ ਯੋਗ ਹੈ। ਤੇ ਜਦ ਤੱਕ ਸਾਡਾ ਖਾਲਿਸਤਾਨ ਨਹੀਂ ਬਣ ਜਾਂਦਾ, ਤਦ ਤੱਕ ਇਹ ਮੁਜ਼ਾਹਰੇ, ਇਹ ਇਕੱਤਰਤਾਵਾਂ ਚੱਲਦੀਆਂ ਰਹਿਣਗੀਆਂ। ਔਰ ਅੱਜ ਮੇਰੀ ਅੱਜ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਅੱਜ ਜੋ ਅਸੀਂ ਇੱਥੇ ਇਕੱਤਰ ਹੋਏ ਆ, ਹਰ ਸਾਲ ਬੇਨਤੀ ਹੈ ਇੱਕ ਮਤਾ, ਇੱਕ ਕੌਮੀ ਮਤਾ ਪੂਰੀ ਇੰਗਲੈਂਡ ਦੀ ਸੰਗਤ ਵਾਸਤੇ ਇਧਰੋਂ ਲੀਕਿਆ ਕਰੋ, ਤੇ ਉਹਨੂੰ ਅਸੀਂ ਸਾਰੇ ਰਲ ਮਿਲ ਕੇ ਨਿਭਾਇਆ ਕਰੀਏ। ਅੱਜ ਇਧਰੋਂ ਅਹਿਦ ਲੈ ਕੇ ਜਾਈਏ, ਸੰਤਾਂ ਦੇ ਬਚਨ ਸਨ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਜਿਸ ਦਿਨ ਉਹ ਵੈਸ਼ੀ ਫੌਜ ਦੇ ਕਦਮ ਸਾਡੇ ਦਰਬਾਰ ਸਾਹਿਬ ਦੀ ਧਰਤੀ ਤੇ ਪਏ। ਤੇ ਅੱਜ ਹੁਣ ਵਕਤ ਹੈ ਕਿ ਉਸ ਨੀਂਹ ਦੀਆਂ ਇੱਟਾਂ ਉੱਤੇ ਮੁੜ ਕੇ ਹੋਰ ਇੱਟਾਂ ਲਾ ਕੇ ਉਹ ਸੁਨਹਿਰੀ ਘਰ ਬਣਾਈਏ, ਜਿਹਦੇ ਵਿੱਚ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਸੁੱਖ ਦਾ ਸਾਹ ਲੈ ਸਕਣ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਅਸੀਂ ਮਤਾ ਪਿਛਲੇ ਜਿਹੜਾ ਮਹੀਨੇ ਉਹ ਖਾਲਿਸਤਾਨ ਦਾ ਮਤਾ ਜਿਹੜਾ ਕਨੈਟੀਕਟ ਦੀ ਸਰਕਾਰ ਨੇ ਤੁਹਾਡਾ ਸਵੀਕਾਰ ਕਰ ਲਿਆ, ਜਿਹੜਾ 1986 ਸਰਬੱਤ ਖਾਲਸਾ ਨੇ ਪਾਸ ਕੀਤਾ ਸੀ। ਕਦਮ ਵੱਧ ਰਹੇ ਨੇ ਤੁਹਾਡੇ ਸਾਰੇ ਇਹਨਾਂ ਮੁਜ਼ਾਹਰਿਆਂ ਦੇ ਸਦਕਾ। ਜਿਹੜੀ ਤੁਸੀਂ ਜੋਤ ਜਗਦੀ ਰੱਖੀ, ਇੱਕ ਇੱਕ ਕਰਕੇ ਜਿਹੜੀ ਤੁਹਾਡੀ ਵੋਟ ਰੈਫਰੈਂਡਮ ਦੇ ਵਿੱਚ ਪਈ ਹੈ, ਉਹ ਤੁਹਾਡੀ ਸਿਰ ਮੱਥੇ ਹੈ। ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਜਲਦੀ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜੀ ਉਹ ਫਾਈਲ ਬਹੁਤ ਜਲਦੀ ਲੱਗੇਗੀ ਤੁਹਾਡੇ ਆਪਣੇ ਆਜ਼ਾਦ ਮੁਲਕ ਦੀ। ਤੇ ਮੇਰੀ ਜ਼ਿੰਦਾਬਾਦ, ਜ਼ਿੰਦਾਬਾਦ, ਅਖੀਰਲੀ ਗੱਲ ਕਹਿ ਕੇ ਮੈਂ ਆਪਣੀ ਥਾਂ ਲੈਣੀ ਹੈ, ਸਮਾਂ ਬਹੁਤਾ ਨਹੀਂ। 192 ਮੁਲਕ ਨੇ ਦੁਨੀਆ ਦੇ ਵਿੱਚ,
ਤੇ ਤੁਸੀਂ 5ਵੇਂ ਨੰਬਰ ਦੀ ਕੌਮ ਹੋ ਦੁਨੀਆ ਦੇ ਵਿੱਚ ਪੋਪੂਲੇਸ਼ਨ ਦੇ ਵਾਈਜ਼, ਤੁਸੀਂ 5ਵਾਂ ਸਭ ਤੋਂ ਵੱਡਾ ਸਟੇਟਲੈਸ ਨੇਸ਼ਨ ਹੋ। ਇਹ ਗੱਲ ਯਾਦ ਰੱਖੋ। ਜੇ 192 ਦੇਸ਼, ਜੇ ਮੁਸਲਮਾਨਾਂ ਦੇ 50ਵਾਂ ਤੋਂ ਉੱਤੇ ਦੇਸ਼ ਨੇ, ਤੇ ਸਾਨੂੰ ਆਪਣਾ ਇੱਕ ਦੇਸ਼ ਉਹ ਬਣਨਾ ਹੀ ਬਣਨਾ ਹੈ। ਇਹ ਸ਼ਹੀਦਾਂ ਦੇ ਬਚਨ ਨੇ, ਸੰਤਾਂ ਦੇ ਬਚਨ ਨੇ, ਇਹ ਦਿਨ ਬਹੁਤਾ ਦੂਰ ਨਹੀਂ। ਆਓ ਅੱਜ ਇੱਧਰੋਂ ਅਹਿਦ ਲੈ ਕੇ ਜਾਈਏ, ਥੋੜਾ ਬਹੁਤ ਨਿੱਕਾ ਮੋਟਾ ਜੋ ਕੰਮ ਕਰਾਂਗੇ ਖਾਲਿਸਤਾਨ ਲਈ ਕਰਾਂਗੇ, ਔਰ ਖਾਲਿਸਤਾਨ ਲਈ ਜੀਂਦੇ ਆ, ਖਾਲਿਸਤਾਨ ਲਈ ਮਰਾਂਗੇ। ਬੋਲੇ ਸੋ ਨਿਹਾਲ। ਇਸ ਵਾਰ ਮਨਪ੍ਰੀਤ ਸਿੰਘ ਜੀ ਤੇ ਹੁਣ ਸਮਾਂ ਹੋ ਗਿਆ, ਮੈਨੂੰ ਕਿਹਾ ਕਿ ਅਰਦਾਸ ਕਰਨੀ ਆ, ਹੋਰ ਕੋਈ ਬੁਲਾਰੇ ਬੁਲਾਉਣ ਦਾ ਸਮਾਂ ਨਹੀਂ, ਮਾਫ ਕਰਨਾ ਅਸੀਂ ਇੱਕ ਨਾ ਬੋਲਿਆ ਸੀ, ਉਹਨਾਂ ਨੂੰ ਵੀ ਸਮਾਂ ਨਹੀਂ ਦੇ ਸਕੇ। ਜਿਹੜੇ ਤੁਸੀਂ ਸਾਰੇ ਆਏ ਹੋ, ਜਿਹੜੇ ਤੁਸੀਂ ਸਾਰੇ ਇੱਥੇ ਆਏ ਹੋ, ਤੁਹਾਡੀ ਹਾਜ਼ਰੀ ਸਾਰਿਆਂ ਦੇ ਇੱਥੇ ਆਉਣ ਕਰਕੇ ਲੱਗਦੀ, ਬੋਲਣ ਕਰਕੇ ਨਹੀਂ। ਤੇ ਜੇ ਸਿੱਖਾਂ ਦਾ ਰਾਜ ਹੁੰਦਾ ਤਾਂ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਨਾਲ ਇਦਾਂ ਨਹੀਂ ਹੋਣੀ ਜਿੱਦਾਂ ਹੁਣ ਹੋਈ ਆ। ਇਸ ਕਰਕੇ ਸਾਰੇ ਆਪਣੇ ਮਨ ਦੇ ਵਿੱਚ ਆਪਾਂ ਇਹ ਗੰਢ ਬੰਨ੍ਹ ਲਈਏ, ਆਜ਼ਾਦੀ ਤੋਂ ਬਿਨਾਂ, ਆਪਣੇ ਦੇਸ਼ ਤੋਂ ਬਿਨਾਂ, ਖਾਲਿਸਤਾਨ ਤੋਂ ਬਿਨਾਂ ਆਪਾਂ ਇਦਾਂ ਹੀ ਪੀੜਤ ਹੁੰਦੇ ਰਹਾਂਗੇ, ਕਦੇ ਅਫਗਾਨਿਸਤਾਨ 'ਚ, ਕਦੇ ਹੋਰ ਕਿਤੇ, ਕਦੇ ਹੋਰ ਕਿਤੇ। ਸੋ ਦਾਸ ਇਸ ਦੇ ਨਾਲ ਹੀ ਖਿਮਾ ਦਾ ਜਾਚਕਾ। ਤੇ ਹੁਣ ਪੰਜ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਦਾ ਹੈ ਕਿ ਜਿਹੜੇ ਵੀ ਸਿੰਘ ਸਾਹਿਬ ਨੇ ਅਰਦਾਸ ਕਰਨੀ ਹੈ ਉਹ ਅਰਦਾਸ ਕਰਨ। ਤੋਂ ਉਦੋਂ ਬਾਅਦ ਇੱਥੋਂ ਆਪਾਂ ਤੋਰੇ ਤੁਰਨੇ ਆ। ਸਾਰਿਆਂ ਨੂੰ ਬੇਨਤੀ ਆ ਕਿ ਲਾਈਨ 'ਚ ਜਾਣਾ, ਹੌਲੀ ਹੌਲੀ ਜਾਣਾ, ਇੱਦਾਂ ਦਾ ਕੋਈ ਹੇਠੋਤਾ ਨਹੀਂ ਕਰਨਾ ਜਿਹਨਾਂ ਕਰਕੇ ਆਪਾਂ ਨੂੰ ਕੋਈ ਦਿੱਕਤ ਆਵੇ। ਕਿ ਪੁਲਿਸ ਦਾ ਸਹਿਯੋਗ ਬਹੁਤ ਘੱਟ ਹੁੰਦਾ, ਇਹ ਆਪਾਂ ਆਪਣੇ ਬਲਬੂਤੇ ਤੇ ਕਰਨਾ। ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਹੈ। ਸੋ ਸਾਰਿਆਂ ਨੇ ਜਿਹੜੇ ਸਟੂਡੈਂਟ ਆ ਜੋ ਗਾਈਡਲਾਈਨ ਦੇਣ, ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਦੇ ਮੁਤਾਬਕ ਚੱਲਣ ਦੀ ਕਿਰਪਾਲਤਾ ਕਰਨੀ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਆਇਆਂ ਦਾ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਡਾ ਆਇਆ ਸਫਲਾ ਕਰੇ। ਅਰਦਾਸ ਕਰੋ ਸਾਰੇ ਰਲ ਮਿਲ ਕੇ ਆਪਾਂ ਨੂੰ ਆਪਣੀ ਆਜ਼ਾਦੀ ਪ੍ਰਾਪਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ।